ਸਤਿ ਸ਼੍ਰੀ ਅਕਾਲ। ਅੱਜ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗੁਰੂ ਸਾਹਿਬ ਦੇ ਪੈਰ ਨੱਪਦੇ ਹੋਏ ਅਸੀਂ ਕਹਾਂਗੇ ਕਿ ਅਸੀਂ ਇਤਿਹਾਸ ਵੇਖਦੇ ਰਾਜਸਥਾਨ ਦੇ ਵਿੱਚ ਤੁਹਾਨੂੰ ਤਸਵੀਰਾਂ ਵਿਖਾਈਆਂ ਤਾਂ ਅਸੀਂ ਅੱਜ ਰਾਵਤਸਰ ਦੇ ਵਿੱਚ ਪਹੁੰਚੇ ਹਾਂ ਉਹੀ ਇਤਿਹਾਸ ਦੇਖਦੇ ਹੋਏ। ਤਾਂ ਇੱਕ ਸਾਡੇ ਮੈਂ ਕਹੂੰਗਾ ਕਿ ਬਹੁਤ ਅਜੀਜ਼ ਨੇ ਰਾਜਪੁਰੀ ਸਾਹਿਬ, ਉਹਨਾਂ ਦੇ ਕੋਲ ਪਹੁੰਚੇ ਹਾਂ। ਤੁਹਾਨੂੰ ਮਿਲਾਉਣੇ ਆ ਰਾਜਪੁਰੀ ਸਾਹਿਬ ਨੂੰ। ਬੜੇ ਵਧੀਆ ਇਨਸਾਨ ਨੇ। ਮੈਂ ਤੁਹਾਨੂੰ ਇਹਨਾਂ ਬਾਰੇ ਥੋੜ੍ਹਾ ਜਿਹਾ ਦੱਸ ਦਿਆਂ ਕਿ ਇਹ ਜਿਹੜਾ ਇਹਨਾਂ ਦਾ ਪਿਛੋਕੜ ਹੈ, ਇਹਨਾਂ ਦਾ ਪਿਛਲਾ ਪਿੰਡ ਮੋਰਜੰਡ ਸੇਖਾਨ ਹੈ, ਸੰਗਰੀਏ ਦੇ ਲਾਗੇ। ਇਹ ਟੀਚਰ ਰਿਟਾਇਰ ਨੇ, ਇੱਥੇ ਬਤੌਰ ਟੀਚਰ ਇੱਥੇ ਆਏ, ਫਿਰ ਇੱਥੇ ਵਸ ਗਏ। ਸੋ ਗੱਲਾਂ ਬਾਤਾਂ ਆਪਾਂ ਆਮ ਗੱਲਾਂ ਬਾਤਾਂ ਕਰਾਂਗੇ। ਰਾਜਪੁਰੀ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸ ਦਿਓ ਵੀ ਰਾਜਪੁਰੀ ਨਾਮ ਕਿਵੇਂ ਪਿਆ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਆਪ ਜੀ ਦਾ ਸਵਾਗਤ ਹੈ ਜੀ ਮੇਰੇ ਕੁਟੀਆ 'ਤੇ। ਰਾਜਪੁਰੀ ਨਾਮ ਤਾਂ ਜੀ ਮੇਰਾ ਤਖੱਲਸ ਹੈ। ਮੈਂ ਜਦੋਂ ਲਿਖਣਾ ਸ਼ੁਰੂ ਕਰਿਆ ਸੀ, ਚੌਥੀ ਪੰਜਵੀਂ 'ਚ ਪੜ੍ਹਦਾ ਸੀ, ਅਤੇ ਮੈਂ ਉਦੋਂ ਗੀਤ ਲਿਖ ਕਰਕੇ ਅਤੇ ਬਾਲ ਸਭਾ 'ਚ ਸੁਣਾਉਂਦਾ। ਅਤੇ ਉਹ ਸਾਡੇ ਗੁਰੂ ਜੀ ਜੋ ਹੁੰਦੇ ਸੀ, ਟੀਚਰ ਹੁੰਦੇ ਸੀ, ਅਤੇ ਉਹ ਕਹਿੰਦੇ ਬਈ ਤਖੱਲਸ ਨਾਮ ਰੱਖਣਾ ਚਾਹੀਦਾ, ਕੋਈ ਨਾ ਕੋਈ ਉਪਨਾਮ ਰੱਖਣਾ ਚਾਹੀਦਾ। ਜਿਵੇਂ ਉਹਨਾਂ ਦਿਨਾਂ 'ਚ ਚੱਲਦਾ ਹੁੰਦਾ ਸੀ ਹਸਰਤ ਜੈਪੁਰੀ, ਇੰਦਰਜੀਤ ਹਸਨਪੁਰੀ, ਅਤੇ ਇਹੋ ਜਿਹੇ ਆਪਦੇ ਸ਼ਹਿਰਾਂ ਦੇ ਲੋਕ ਨਾਮ ਰੱਖਦੇ। ਅਤੇ ਉਹ ਮੈਨੂੰ ਕਹਿੰਦੇ ਬਈ ਤੂੰ ਵੀ ਨਾਮ ਰੱਖ। ਮੈਂ ਕਿਹਾ ਜੀ ਤੁਸੀਂ ਦੱਸੋ। ਉਹ ਕਹਿੰਦੇ ਇੱਕ ਚਿੱਤ ਜਿਹਾ ਚੜ੍ਹਿਆ ਰਹੂਗਾ ਇਹ ਗੀਤ ਨਾਮ, ਅਤੇ ਤੂੰ ਰਾਜਪੁਰੀ ਨਾਮ ਰੱਖ ਲੈ। ਉਹ ਫਿਰ ਮੈਂ ਰੱਖ ਕੇ ਕਈ ਗੀਤ ਲਿਖੇ ਅਤੇ ਉਹ ਬੜੇ ਚੰਗੇ ਲੱਗੇ। ਅਤੇ ਬਸ ਫਿਰ ਉਦੋਂ ਬਾਅਦ ਇਹੋ ਜਿਹਾ ਫਿੱਟ ਬੈਠ ਗਿਆ। ਬੜੇ ਸਾਰੇ ਲੋਕਾਂ ਨੂੰ ਮੇਰਾ ਅਸਲੀ ਨਾਮ ਰੂਪ ਸਿੰਘ ਦਾ ਪਤਾ ਨਹੀਂ, ਪਰ ਰਾਜਪੁਰੀ ਨੂੰ ਜ਼ਰੂਰ ਜਾਣਦੇ ਜੀ। ਇਸ ਤਰ੍ਹਾਂ ਲਿਆ ਵੀ ਜਾਂਦਾ ਜੀ 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 ਇਸ ਕਰਕੇ ਜੀ। ਰੂਪ ਸਿੰਘ ਜੀ, ਅਸੀਂ ਇਤਿਹਾਸ ਵੇਖਦੇ ਹੋਏ ਜਿਵੇਂ ਆਏ ਹਾਂ, ਸਾਨੂੰ ਪਤਾ ਲੱਗਿਆ ਕਿ ਤੁਹਾਡੇ ਇਸ ਨਗਰ ਦੇ ਵਿੱਚ ਵੀ ਦਸਮ ਪਿਤਾ ਆਏ ਆ। ਹੈ ਤੁਹਾਨੂੰ ਕੋਈ ਜਾਣਕਾਰੀ? ਜੀ ਜੀ, ਇੱਥੇ ਰਾਜ ਪਰਿਵਾਰ ਸਥਾਪਿਤ ਸੀਗਾ ਜੀ 1955 ਤੋਂ ਬਾਅਦ। ਜਦੋਂ ਰਾਜ ਖਤਮ ਹੋ ਗਏ, ਦੇਸ਼ ਆਜ਼ਾਦ ਹੋ ਕੇ, ਅਤੇ ਉਦੋਂ ਬਾਅਦ ਰਾਜਾਂ ਦਾ ਰਾਜ ਸੈਂਟਰ ਗੌਰਮੈਂਟ 'ਚ ਚਲਿਆ ਗਿਆ ਨਾ, ਤਾਂ ਉਦੋਂ ਪਹਿਲਾਂ ਰਾਜ ਚੱਲਦੇ ਰਹੇ ਬਹੁਤ ਪੀੜ੍ਹੀਆਂ। ਇੱਥੇ 19 ਪੀੜ੍ਹੀਆਂ ਨੇ ਰਾਜ ਕਰਿਆ 15ਵੀਂ ਸਦੀ ਤੋਂ ਲੈ ਕੇ। ਅਤੇ ਇੱਥੋਂ ਦੇ ਜੋ ਆਖਰੀ ਰਾਣੀ ਜੀ ਸੀਗੇ, ਉਹਨਾਂ ਦੀ ਤਸਵੀਰਾਂ ਮੇਰੇ ਨਾਲ ਹੈ। ਆਖਰੀ ਰਾਜਾ ਦੀ ਧਰਮ ਪਤਨੀ, ਅਤੇ ਉਹ ਸਾਹਿਤਕਾਰ ਸੀ ਰਾਣੀ ਲਕਸ਼ਮੀ ਕੁਮਾਰੀ ਚੁੰਡਾਵਤ। ਅੱਛਾ ਜੀ। ਰਾਣੀ ਲਕਸ਼ਮੀ ਕੁਮਾਰੀ ਚੁੰਡਾਵਤ ਅੰਗਰੇਜ਼ੀ ਅਤੇ ਰਾਜਸਥਾਨੀ ਸਾਹਿਤ 'ਚ ਬਹੁਤ ਵੱਡਾ ਨਾਮ ਹੈ। ਉਹਨਾਂ ਦੀਆਂ 40 ਕਿਤਾਬਾਂ ਲਿਖੀਆਂ ਹੋਈਆਂ ਸੀ। ਉਹ ਬੜੀ ਵਿਦਵਾਨ ਸੀ ਅਤੇ ਮੈਨੂੰ ਬੜਾ ਸਨੇਹ ਰੱਖਦੇ ਸੀ। ਮੇਰੀਆਂ ਕਿਤਾਬਾਂ ਦੀ ਭੂਮਿਕਾ ਵੀ ਉਹਨਾਂ ਨੇ ਲਿਖੀ ਹੈ। ਅਤੇ ਉਹਨਾਂ ਨੇ ਹੀ ਇਸ ਚੀਜ਼ ਦਾ ਮੈਨੂੰ ਦੱਸਿਆ ਕਿ ਵੀ ਸਾਡੇ ਵੱਡੇ ਵਡੇਰਿਆਂ ਦੇ ਸਮੇਂ 1707 ਦੇ ਸਮੇਂ ਅਕਤੂਬਰ ਮਹੀਨੇ 'ਚ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ। ਡਿੰਗਲ ਭਾਸ਼ਾ 'ਚ ਲਿਖੀਆਂ ਪਈਆਂ ਖਿਆਤ ਕਾਗਜ਼ ਹੈ ਜੋ ਬਹੀ ਬਾਟ ਲੋਕ ਲਿਖ ਕੇ ਗਏ ਹੈ, ਅਤੇ ਕਿ ਵੀ ਉਹਨਾਂ ਦੇ ਉਹ ਹੈ। ਸਾਡੇ ਪੜ੍ਹਨ ਵਿੱਚ ਤਾਂ ਆਉਂਦਾ ਨਹੀਂ, ਲੇਕਿਨ ਪਰੰਪਰਾਗਤ ਰੂਪ ਸਾਡੇ ਪਰਿਵਾਰ 'ਚ ਦੱਸਿਆ ਜਾਂਦਾ ਹੈ ਕਿ ਵੀ ਗੁਰੂ ਗੋਬਿੰਦ ਸਿੰਘ ਜੀ ਰਾਜਾ ਲਖਧੀਰ ਸਿੰਘ ਦੇ ਸਮੇਂ ਇੱਥੇ 1707 'ਚ ਰਾਵਤਸਰ ਆਏ ਅਤੇ 4 ਦਿਨ ਰਹੇ, ਢਾਬ ਦੀ ਪਾਲ 'ਤੇ ਰਹੇ। ਉਹ ਫਿਰ ਵਰਤਾਂਤ 'ਚ ਜਾਈਏ ਤਾਂ ਗੱਲ ਇਸ ਤਰ੍ਹਾਂ ਮਿਲਦੀ ਹੈ ਕਿ ਜਦੋਂ ਗੁਰੂ ਸਾਹਿਬ ਤਲਵੰਡੀ ਸਾਬੋ ਤੋਂ ਚੱਲਦੇ ਹੈ, ਯਾਨੀ ਉਦੋਂ ਵੀ ਹੋਰ ਪਿੱਛੇ ਜਾਈਏ, ਜਦੋਂ ਔਰੰਗਜ਼ੇਬ ਗੁਜ਼ਰ ਜਾਂਦਾ ਹੈ ਤਾਂ ਉਸਦੇ ਬੇਟਿਆਂ 'ਚ ਸੱਤਾ ਸੰਘਰਸ਼ ਚੱਲਦਾ ਹੈ ਵੀ ਗੱਦੀ 'ਤੇ ਕੌਣ ਬੈਠੇ, ਗੱਦੀ 'ਤੇ ਕੌਣ ਬੈਠੇ। ਸਾਰੇ ਭਰਾ ਵੀ ਇੱਕ ਦੂਜੇ ਨਾਲ ਲੜ ਕੇ ਆਪ ਬੈਠਣਾ ਚਾਹੁੰਦੇ ਸੀ। ਅਤੇ ਮੁਅੱਜ਼ਮ ਨਾਮ ਦਾ ਜੋ ਉਸਦਾ ਬੇਟਾ ਸੀ ਔਰੰਗਜ਼ੇਬ ਦਾ, ਉਸਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਮਾਫੀ ਮੰਗਦੇ ਹੋਏ ਆਪ ਦੇ ਬਾਪ ਦੀਆਂ ਵਧੀਕੀਆਂ ਦੀ ਅਤੇ ਉਹਨਾਂ ਤੋਂ ਮਦਦ ਮੰਗੀ ਸੀ। ਜੀ ਮੈਂ ਮਾਫੀ ਚਾਹੁੰਦਾ, ਮੇਰੇ ਬਾਪ ਨੇ ਤਾਂ ਤੁਹਾਨੂੰ ਤੰਗ ਕਰਿਆ, ਲੇਕਿਨ ਤੁਸੀਂ ਮੇਰੀ ਮਦਦ ਕਰੋ, ਮੈਂ ਗੱਦੀ 'ਤੇ ਬੈਠ ਸਕਾਂ। ਜੀ। ਗੁਰੂ ਸਾਹਿਬ ਨੇ ਉਸ ਨਾਲ ਕੁਛ ਸੰਧੀਆਂ ਕਰਨ ਦੀ ਕੋਸ਼ਿਸ਼ ਕਰੀ ਸੀ ਵੀ ਇੱਕ ਤਾਂ ਤੂੰ ਸੂਬਾ ਸਰਹੰਦ ਸਾਨੂੰ ਦੇਂਗਾ, ਤੇਰੀ ਮਦਦ ਅਸੀਂ ਕਰ ਦਿੰਦੇ ਹਾਂ, ਅਗਰ ਤੂੰ ਗੱਦੀ 'ਤੇ ਬੈਠੇਂਗਾ ਤਾਂ ਉਹ ਤੂੰ ਦੇਂਗਾ, ਅਤੇ ਦੂਜਾ ਹਿੰਦੂਆਂ ਨੂੰ ਤੰਗ ਨਹੀਂ ਕਰਿਆ ਜਾਊਗਾ, ਸਪੈਸ਼ਲ ਟੈਕਸ ਜਿਵੇਂ ਤੇਰਾ ਬਾਪ ਲਾਉਂਦਾ ਸੀ ਉਹ ਨਹੀਂ ਲਾਏਗਾ, ਅਤੇ ਮੰਦਿਰਾਂ ਨੂੰ ਤੂੰ ਢਾਏਂਗਾ ਨਹੀਂ। ਇਸ ਤਰ੍ਹਾਂ ਦੀਆਂ ਕੁਛ ਉਹਦੇ ਨਾਲ ਗੱਲਾਂ ਖੋਲ੍ਹੀਆਂ ਵਰਬਲੀ। ਉਸਨੇ ਹਾਂ ਕਰਤੀ, ਅਤੇ ਫਿਰ ਗੁਰੂ ਸਾਹਿਬ ਨੇ ਆਪਦੇ 300 ਲੜਾਕੇ ਘੋੜਸਵਾਰ ਉਹਨਾਂ ਨੂੰ ਹੁਕਮ ਕਰਿਆ, ਕਿਉਂਕਿ ਉਹਨਾਂ ਦੇ ਨਾਲ ਤਲਵੰਡੀ ਰਹਿੰਦੇ ਨਹੀਂ ਸੀ, ਲੇਕਿਨ ਪੰਜਾਬ 'ਚੋਂ ਬੁਲਾ ਕਰਕੇ ਅਤੇ ਉਹਦੀ ਮਦਦ ਵਾਸਤੇ ਭੇਜੇ। ਆਗਰਾ ਦੇ ਕੋਲ ਇੱਕ ਪਿੰਡ 'ਚ ਉੱਥੇ ਲੜਾਈਆਂ ਹੋਈਆਂ, ਅਤੇ ਉੱਥੇ ਉਹਦੇ ਨਿਤਾਰਾ ਹੋ ਗਿਆ, ਅਤੇ ਉਹ ਮੁਅੱਜ਼ਮ ਜਿਹੜਾ ਉਹ ਜਿੱਤ ਗਿਆ। ਗੁਰੂ ਸਾਹਿਬ ਦੇ ਜਿਹੜੇ ਸੈਨਿਕ ਗਏ ਉਹਨਾਂ ਦੀ ਮਦਦ ਨਾਲ
ਉਹ ਜਿੱਤ ਗਿਆ ਤੇ ਉਹ ਫਿਰ ਗੱਦੀ ਤੇ ਬੈਠਾ। ਉਸਨੇ ਫਿਰ ਗੁਰੂ ਸਾਹਿਬ ਨੂੰ ਬਾਜ ਗੱਦੀ ਤੇ ਬੈਠਣ ਨੂੰ, ਜਿਸ ਦਿਨ ਉਸਨੇ ਉਹ ਮੰਨ ਲਓ ਸ਼ਬਦ ਗ੍ਰਹਿਣ ਕਰਦੇ ਆਪਣੇ ਦਾ ਨੇਤੇ ਲੋਕ, ਤਾਂ ਉਹ ਜਿਸ ਦਿਨ ਉਹ ਗੱਦੀ ਤੇ ਬੈਠਾ ਉਸ ਦਿਨ ਰਾਜ ਤਿਲਕ ਹੁੰਦਾ ਸੀ। ਰਾਜ ਤਿਲਕ ਸੀ, ਖਾਸ ਮਹਿਮਾਨ ਦੇ ਤੌਰ ਤੇ ਉਸਨੇ ਗੁਰੂ ਸਾਹਿਬ ਨੂੰ ਉੱਥੇ ਬੁਲਵਾਇਆ। ਅੱਛਾ। ਗੁਰੂ ਸਾਹਿਬ ਉਸ ਰਾਜ ਤਿਲਕ ਵਾਲੇ ਦਿਨ ਉੱਥੇ ਆਗਰਾ ਗਏ। ਉਸਨੇ ਵੀ ਗੁਰੂ ਸਾਹਿਬ ਦਾ ਬਹੁਤ ਮਾਨ ਸਨਮਾਨ ਕਰਿਆ, ਦੁਸ਼ਾਲੇ ਭੇਟ ਕਰੇ, ਹੋਰ ਚੀਜ਼ਾਂ ਦਿੱਤੀਆਂ। ਤਾਂ ਗੁਰੂ ਸਾਹਿਬ ਨੇ ਉਹ ਸਾਰੀਆਂ ਚੀਜ਼ਾਂ ਲੈ ਕੇ ਰੱਖ ਲਈਆਂ। ਜਦੋਂ ਕਿ ਰਾਜ ਪਰਿਵਾਰਾਂ 'ਚ ਹੁੰਦਾ ਸੀ, ਜਿਹੜੇ ਵੀ ਜਿਵੇਂ ਸਰੋਪਾ ਵੀ ਦਿੱਤਾ ਤਾਂ ਉਸੇ ਟਾਈਮ ਲਓ ਪਾਓ, ਜੋ ਕੁਛ ਵੀ ਭੇਟ ਕਰੇ ਉਹ ਪਹਿਨਣਾ ਹੁੰਦਾ ਹੈ ਰਾਜੇ ਦੇ ਸਾਹਮਣੇ। ਅੱਛਾ। ਉਹਨਾਂ ਦਾ ਦਬਦਬਾ ਹੈ, ਜਿਸ ਪਰ ਗੁਰੂ ਸਾਹਿਬ ਨੇ ਉਹ ਆਪਦੇ ਠਿਕਾਣੇ 'ਤੇ ਭੇਜਤੇ। ਉਸਨੇ ਕੋਈ ਬੁਰਾ ਨਹੀਂ ਮਨਾਇਆ। ਅਤੇ ਉੱਥੇ ਵੀ ਗੁਰੂ ਸਾਹਿਬ ਨੇ ਉਹਦੇ ਨਾਲ ਗੱਲਾਂ ਕਰੀਆਂ ਵੀ ਮੇਰੇ ਨਾਲ ਜਿਹੜੀਆਂ ਤੂੰ ਵਾਅਦੇ ਕਰੇ ਉਹ ਵਾਅਦੇ ਪੂਰੇ ਕਰ। ਵਜੀਦ ਖਾਨ ਸਭ ਤੋਂ ਪਹਿਲਾਂ ਮੈਨੂੰ ਦੇਣਾ ਹੈ। ਤਾਂ ਉਸਨੇ ਉੱਥੇ ਉੱਦਾਂ ਹੀ ਟਾਲ ਮਟੋਲ ਸ਼ੁਰੂ ਕਰਤੀ। ਉਸ ਗੱਲ 'ਤੇ ਹੀ ਨਹੀਂ ਆਇਆ, ਉਹ ਰਿਹਾ ਨਹੀਂ ਉਸ ਗੱਲ 'ਤੇ ਉਹ। ਅੱਛਾ। ਪਰ ਉਸਨੇ ਇਹ ਕਰਿਆ ਕਿ ਵਜੀਦ ਖਾਨ ਨੂੰ ਕਹਿਤਾ ਕਿ ਵੀ ਤੂੰ ਗੁਰੂ ਸਾਹਿਬ ਨੂੰ 3000 ਰੁਪਈਆ ਹਰ ਮਹੀਨੇ ਦਿਆ ਕਰ, ਇਹਨਾਂ ਨੂੰ ਖਰਚਾ ਦਿਆ ਕਰ। ਇਹ ਤਾਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ, ਇਹ ਤਾਂ ਇਤਿਹਾਸ ਦੀ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਕਿ ਵਜੀਦ ਖਾਨ ਨੂੰ ਬੰਧਨ ਕਰਤਾ ਕਿ ਤੂੰ ਗੁਰੂ ਸਾਹਿਬ ਨੂੰ ਖਰਚੇ ਵਾਸਤੇ ਪੈਸੇ ਦਿਆ ਕਰੇਗਾ। ਉਸਨੇ ਉਹ ਮਨਜ਼ੂਰ ਵੀ ਕਰ ਲਿਆ। ਲੇਕਿਨ ਉੱਧਰੋਂ ਉਹ ਵਜੀਦ ਖਾਨ ਡਰ ਗਿਆ ਕਿ ਵੱਡਿਆਂ ਦਾ ਕੀ ਹੁੰਦਾ ਹੈ, ਰਾਜਾ ਮਹਾਰਾਜਾਂ ਦਾ ਕੀ ਪਤਾ ਹੈ ਕਿਹੋ ਜਿਹਾ ਉਹਨਾਂ ਦੇ ਮਨ 'ਚ ਜਚ ਜੇ, ਅਤੇ ਕਦੇ ਇਹ ਮੈਨੂੰ ਬਹਾਦਰ ਸ਼ਾਹ ਗੁਰੂ ਸਾਹਿਬ ਦੇ ਹਾਜ਼ਰ ਨਾ ਕਰਦੇ, ਅਤੇ ਉਹ ਤਾਂ ਫਿਰ ਮੈਨੂੰ ਪਤਾ ਹੈ ਵੀ ਕੀ ਹਾਲਤ ਕਰਨਗੇ ਮੇਰੇ ਨਾਲ, ਮੈਂ ਉਹਨਾਂ ਦੇ ਬੱਚਿਆਂ ਨਾਲ ਜੋ ਕਰਿਆ ਹੈ ਉਹ ਤਾਂ ਮੈਨੂੰ ਮਾਰ ਦੇਣਗੇ। ਉਸਨੇ ਅੰਦਰ ਖਾਤੇ ਡਰਦੇ ਨਹੀਂ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਵਾਸਤੇ ਉਹ ਤਾਂ ਇਤਿਹਾਸ 'ਚ ਹੈ ਕਿ ਮੁਗਲ ਉਸਨੇ ਨਾਲ ਭੇਜ ਰੱਖੇ, ਪਠਾਨ ਭੇਜ ਰੱਖੇ ਸੀ। ਉਹ ਉਹਨਾਂ ਦੀ CID ਕਰਦੇ ਰਹਿੰਦੇ, ਉਹਨਾਂ ਦੇ ਮਗਰ ਰਹਿੰਦੇ ਸੀ, ਅਤੇ ਉਹ ਵੀ ਉਹਨਾਂ ਦੇ ਪਿੱਛੇ ਹੀ ਚੱਲੇ। ਫਿਰ ਮਰਾਠਿਆਂ ਨੂੰ ਦਬਾਉਣ ਵਾਸਤੇ ਮਹਾਰਾਸ਼ਟਰ ਗਿਆ ਬਹਾਦਰ ਸ਼ਾਹ। ਉਸਨੇ ਗੁਰੂ ਸਾਹਿਬ ਨਾਲ ਦਸੰਦੀ ਕਰ ਲਈ ਸੀ ਬਹਾਦਰ ਸ਼ਾਹ ਨਾਲ ਨੇ, ਲੇਕਿਨ ਮਰਾਠੇ ਜਿਹੜੇ ਸ਼ਿਵਾਜੀ ਦੇ ਪਰਿਵਾਰ ਦੇ ਉਹ ਉਹਦੇ ਅਧੀਨ ਨਹੀਂ ਹੋਏ। ਉਹਨਾਂ ਨੇ ਉਹਦੀ ਦੋਸਤੀ ਸਵੀਕਾਰ ਨਹੀਂ ਕਰੀ, ਉਹਦੇ ਨਾਲ ਲੜਾਈ ਹੀ ਰੱਖੀ। ਤਾਂ ਉਹਨਾਂ ਨੂੰ ਦਬਾਉਣ ਵਾਸਤੇ ਬਹਾਦਰ ਸ਼ਾਹ ਜਾ ਰਿਹਾ ਸੀ ਮਹਾਰਾਸ਼ਟਰ, ਅਤੇ ਗੁਰੂ ਸਾਹਿਬ ਨੂੰ ਸਮਾਚਾਰ ਕਰ ਗਿਆ ਕਿ ਤੁਸੀਂ ਆਓ ਉੱਥੇ ਗੱਲਾਂ ਬਾਤਾਂ ਕਰਾਂਗੇ, ਆਪਾਂ ਸਾਰੀ ਉੱਥੇ ਗੱਲ ਕਰਾਂਗੇ। ਗੁਰੂ ਸਾਹਿਬ ਨੂੰ ਇਹ ਲਲਕ ਸੀ ਕਿ ਮੈਂ ਉਸ ਤੋਂ ਇਹ ਸੰਧੀਆਂ ਪੂਰੀਆਂ ਕਰਵਾਉਣੀਆਂ ਹੈ, ਜਿਹੜੀਆਂ ਉਸਨੇ ਮੇਰੇ ਨਾਲ ਵਾਅਦੇ ਕਰੇ ਮੈਂ ਪੂਰੇ ਕਰਵਾਉਣੇ। ਉਸ 'ਤੇ ਦਬਾਅ ਦੇਣ ਵਾਸਤੇ ਗੁਰੂ ਸਾਹਿਬ ਕਹਿੰਦੇ ਮੈਂ ਵੀ ਤੇਰੇ ਕੋਲੇ ਉੱਥੇ ਆਊਂਗਾ, ਮਹਾਰਾਸ਼ਟਰ ਆਊਂਗਾ। ਹੁਣ ਗੁਰੂ ਸਾਹਿਬ ਜਦੋਂ ਤਲਵੰਡੀ ਸਾਬੋ ਤੋਂ ਚੱਲੇ, ਸਰਸਾ ਆਏ, ਮਾਧੋ ਸਿੰਘਾਣਾ ਆਏ, ਇਸ ਨੂੰ ਤਾਂ ਸਾਰਾ ਸ਼੍ਰੋਮਣੀ ਕਮੇਟੀ ਦੇ ਹੋਰ ਇਸ ਰੂਟ ਚਾਰਟ ਨੂੰ ਮੰਨਦੇ ਆ। ਪਰ ਜਦੋਂ ਉਹ ਰਾਜਪੂਤਾਨਾ 'ਚ ਵੜੇ ਨਾ, ਇਹ ਅਕਤੂਬਰ ਮਹੀਨੇ ਦੀ ਗੱਲ ਹੈ, 1707 ਦੀ। 1707 ਅਕਤੂਬਰ, ਅਕਤੂਬਰ ਮਹੀਨਾ, ਉਹਦੀ ਤਰੀਕ ਨਹੀਂ ਆਪਾਂ ਕਹਿ ਸਕਦੇ, ਲੇਕਿਨ 1707 ਸੀ, ਕਿਉਂਕਿ 1707 ਦੇ ਜੁਲਾਈ ਮਹੀਨੇ 'ਚ ਔਰੰਗਜ਼ੇਬ ਮਰਿਆ ਸੀ ਜੀ। ਅਤੇ ਇੰਨੇ ਕੁ ਮਹੀਨਿਆਂ 'ਚ ਹੀ ਜੁਲਾਈ, ਅਗਸਤ, ਸਤੰਬਰ, ਅਕਤੂਬਰ, 3-4 ਮਹੀਨਿਆਂ 'ਚ ਇਹ ਸਾਰੀਆਂ ਘਟਨਾਵਾਂ ਹੋ ਗਈਆਂ। ਪ੍ਰਮਾਣਿਕਤਾ ਤਾਂ ਇੱਥੇ ਆ, 1707 'ਚ ਮਰਿਆ ਹੈ ਔਰੰਗਜ਼ੇਬ, ਤਾਂ ਉਸ ਤੋਂ ਬਾਅਦ ਦੀਆਂ ਗੱਲਾਂ ਇਹ ਸਾਰੀਆਂ। ਅਤੇ 1706 'ਚ ਗੁਰੂ ਸਾਹਿਬ ਇੱਥੇ ਸਾਹਿਬ ਆਇਆ, ਕਿਵੇਂ ਆ ਸਕਦੇ? ਹਾਂ, ਉਹ ਜਿਹੜਾ ਇਤਿਹਾਸ ਹੈ ਫਿਰ ਉਹ ਗਲਤ ਹੈ ਨਾ, ਉਹ ਹੋ ਜਾਂਦਾ ਉਹਦੇ ਮਰਨ ਤੋਂ ਬਾਅਦ ਦੀਆਂ ਗੱਲਾਂ। ਹਾਂ ਬਿਲਕੁਲ। ਤਾਂ ਗੁਰੂ ਸਾਹਿਬ ਜਦੋਂ ਰਾਜਪੂਤਾਨਾ 'ਚ ਬੜੇ, ਤਾਂ ਇੱਥੇ ਅਕਾਲ ਬਹੁਤ ਭਿਅੰਕਰ ਅਕਾਲ ਚੱਲਦੇ ਸੀ, ਹਨੇਰੀਆਂ ਚੱਲਦੀਆਂ ਸੀ, ਹਰਿਆਲੀ ਨਾਮ ਦੀ ਕੋਈ ਚੀਜ਼ ਨਹੀਂ ਸੀ, ਕੋਈ ਦਰਖਤ ਨਹੀਂ ਬਚਿਆ ਸੀ, ਸੁੱਕ ਗਏ ਸਾਰੇ, ਕਈ ਸਾਲਾਂ ਤੋਂ ਮੀਂਹ ਨਹੀਂ ਪਿਆ ਸੀ। ਜਦੋਂ ਰਾਜਸਥਾਨ 'ਚ ਮੀਂਹ ਨਹੀਂ ਪੈਂਦੇ ਸੀ ਅਤੇ ਉਦੋਂ ਫਿਰ ਅਕਾਲ ਹੋ ਜਾਂਦੇ ਆਪਣੇ ਆਪ, ਮੰਨਦੇ ਸੀ ਲੋਕ ਵੀ ਦਾਣੇ ਫਸਲ ਨਹੀਂ ਹੁੰਦੀ, ਲੋਕ ਕੀ ਕਰਨ, ਤਾਂ ਭੁੱਖੇ ਮਰਦੇ ਲੋਕ ਪਾਣੀ ਵਾਲੇ ਪਾਸੇ ਨਦੀਆਂ ਦੇ ਕਿਨਾਰੇ ਚਲੇ ਜਾਂਦੇ ਸੀ। ਪੰਜਾਬ 'ਚ ਜੋ ਹੁਣ ਸਰਦਾਰ ਵਸਦੇ ਉਹਨਾਂ ਦਾ ਜੇ ਸਾਰਿਆਂ ਦਾ ਪਿਛੋਕੜ ਦੇਖੀਏ ਤਾਂ ਰਾਜਸਥਾਨ 'ਚੋਂ ਹੀ, ਰਾਜਸਥਾਨ, ਜੈਸਲਮੇਰ, ਬਾੜਮੇਰ, ਇੱਧਰੋਂ ਚੱਲਦਾ, ਇੱਧਰੋਂ ਚੱਲਦਾ। ਉਹ ਇਸੇ ਤਰੀਕੇ ਅਕਾਲਾਂ ਦੇ ਮਾਰੇ ਹੋਏ ਉੱਧਰ ਗਏ ਸੀ। ਉੱਧਰ 5 ਦਰਿਆ ਸੀਗੇ, ਉੱਥੇ ਪਸ਼ੂਆਂ ਵਾਸਤੇ ਵੀ ਹਰਾ ਚਾਰਾ ਮਿਲਦਾ ਸੀ, ਖਾਣ ਪੀਣ ਨੂੰ ਮਿਲਦਾ ਸੀ, ਮਜ਼ਦੂਰੀ ਮਿਲਦੀ ਸੀ। ਤਾਂ ਗੁਰੂ ਸਾਹਿਬ ਜਦੋਂ ਰਾਜਪੂਤਾਨਾ 'ਚ ਬੜੇ ਤਾਂ ਉਹਨਾਂ ਤੋਂ ਘੋੜੇ ਖੋਹਣ ਵਾਸਤੇ ਲੁਟੇਰੇ ਲੋਕਾਂ ਦਾ ਦਲ ਕੋਈ ਉਹਨਾਂ ਦੇ ਮਗਰ ਪੈ ਗਿਆ। ਅੱਛਾ ਜੀ। ਕਿ ਵੀ ਇਹਨਾਂ ਕੋਲੇ ਅਰਬੀ ਘੋੜੇ ਹੈ, 6 ਬੰਦੇ ਆ, 5 ਸਿੰਘ ਸੀ ਗੁਰੂ ਸਾਹਿਬ ਨਾਲ, ਅਤੇ ਵੀ ਇਹਨਾਂ ਤੋਂ ਆਪਾਂ ਘੋੜੇ ਖੋਹ ਲਈਏ, ਕੀਮਤੀ ਚੱਲ ਘੋੜੇ ਵੇਚ-ਵਾਚ ਕੇ ਕੁਛ ਆਪਾਂ ਗੁਜ਼ਾਰਾ ਕਰਾਂਗੇ। ਲੋਕਾਂ ਦੀ ਇਹ ਸੋਚ ਹੁੰਦੀ ਸੀ। ਤਾਂ ਉਹਨੂੰ ਕੁਛ ਦੇਰ ਤਾਈਂ ਉੱਥੇ ਮੁਕਾਬਲਾ ਹੋਇਆ, ਅਤੇ ਨੇੜੇ ਪਿੰਡ ਸੀ ਜਸਾਣਾ। ਜਸਾਣਾ 'ਚ ਇੱਕ ਪਿੰਡ ਦਾ ਮਾਲਿਕ, ਇੱਕ ਠਾਕਰ ਸੀ। ਉਸ ਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਵੀ ਤੇਰੇ ਏਰੀਏ 'ਚ ਬਾਹਰ ਦੇ ਪਰਦੇਸੀ ਬੰਦੇ ਆ ਅਤੇ ਉਹਨਾਂ ਨਾਲ ਕੋਈ ਲੁੱਟਮਾਰ ਕਰ ਰਿਹਾ। ਤਾਂ ਉਸਨੇ ਆਪਦੇ ਆਪਣੇ ਭੇਜੇ ਆਦਮੀ, ਅਤੇ ਉਹ ਆਦਮੀ ਉਹਨਾਂ ਨੂੰ ਬਾ ਹਿਫਾਜ਼ਤ ਉੱਥੇ ਲੈ ਕੇ ਆ ਗਏ। ਤਾਂ ਗੁਰੂ ਸਾਹਿਬ ਉਹਨਾਂ ਦਿਨਾਂ 'ਚ ਜਦੋਂ ਤੋਂ ਆਨੰਦਪੁਰ ਸਾਹਿਬ ਛੱਡਿਆ ਤਾਂ
ਮਹਿਲਾਂ 'ਚ ਜਾਂ ਵੱਡੇ ਘਰਾਣਿਆਂ ਦੇ ਘਰਾਂ ਵਿੱਚ ਨਹੀਂ ਜਾਂਦੇ ਸੀ। ਅੱਛਾ। ਤੇ ਉਹ ਬਸ ਬਾਹਰ ਬੈਠ ਕਰਕੇ ਹੀ ਸਤਸੰਗ ਕਰਦੇ ਸੀ, ਗੱਲਾਂ ਬਾਤਾਂ ਕਰਦੇ ਸੀ, ਜਾਂ ਸ਼ਾਮਿਆਨਾ ਲਗਾ ਲੈਂਦੇ ਸੀ, ਤੰਬੂ ਲਾ ਲੈਂਦੇ ਸੀ, ਤੇ ਕਿਸੇ ਦੇ ਮਹਿਮਾਨ ਘਰੇ ਜਾ ਕੇ ਨਹੀਂ ਬਣਦੇ ਸੀ। ਤਾਂ ਉੱਥੇ ਵੀ ਉਹ ਬਾਹਰ ਹੀ ਰਹੇ। ਤੇ ਉਹਨੇ ਪਛਾਣ ਲਿਆ ਗੁਰੂ ਸਾਹਿਬ ਨੂੰ ਕਿ ਉਹਨਾਂ ਦਿਨਾਂ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਨਾਮ ਸੀ ਉੱਤਰ ਭਾਰਤ 'ਚ। ਤਾਂ ਚਰਚਾ ਚੱਲਦੀ ਸੀ ਪੂਰੀ ਕਿ ਇਹਨਾਂ ਨਾਲ ਬੜੀ ਜ਼ਿਆਦਤੀ ਔਰੰਗਜ਼ੇਬ ਨੇ ਕਰੀ, ਇਹਨਾਂ ਦੇ ਬੱਚੇ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰਤੇ, ਤੇ ਇਹ ਹੈ ਜੋ ਹਿੰਦੂਆਂ ਵਾਸਤੇ ਕੁਝ ਕਰ ਰਹੇ ਹੈ। ਤਾਂ ਉਸਨੇ ਉਹਨਾਂ ਨੂੰ ਪਹਿਚਾਣ ਲਿਆ, ਬੜਾ ਆਦਰ ਮਾਨ ਕਰਿਆ। ਗੁਰੂ ਸਾਹਿਬ ਨੇ ਸ਼ਾਮ ਨੂੰ ਉੱਥੇ ਸਤਸੰਗ ਕਰੀ, ਅਗਲੇ ਦਿਨ ਆਸਾ ਦੀ ਵਾਰ ਦਾ ਪਾਠ ਕਰਿਆ ਤੇ ਪ੍ਰਵਚਨ ਕਰੇ, ਕਥਾ ਕਰੀ, ਇਤਿਹਾਸ ਦੇ ਬਾਰੇ 'ਚ, ਗੁਰੂਆਂ ਦੇ ਬਾਰੇ 'ਚ ਜਾਣਕਾਰੀਆਂ ਦਿੱਤੀਆਂ। ਤਾਂ ਉਹ ਰਾਜਾ ਉੱਥੋਂ ਦਾ, ਉਸ ਪਿੰਡ ਦਾ ਬੜਾ ਪ੍ਰਭਾਵਿਤ ਹੋਇਆ। ਤਾਂ ਉਸਨੇ ਰਾਵਤਸਰ ਦੇ ਆਪਣੇ ਭਰੱਪੇ ਦਾ, ਜੋ ਉਹਨਾਂ ਦੇ ਭਾਈਚਾਰੇ ਦਾ ਹੀ ਰਾਜਾ ਸੀ, ਲਖਦੀਰ ਸਿੰਘ, ਉਸ ਨੂੰ ਸਮਾਚਾਰ ਭੇਜਿਆ ਕਿ ਗੁਰੂ ਗੋਬਿੰਦ ਸਿੰਘ ਜੀ ਆਏ ਆ ਮੇਰੇ ਕੋਲੇ, ਤੂੰ ਆ ਜਾ ਦਰਸ਼ਨ ਕਰ ਲਾ। ਇਹ ਵੀ ਇੱਥੋਂ ਗੱਲਾਂ ਬਾਤਾਂ ਕਰੋ, ਉਹਨਾਂ ਦੀਆਂ ਬੜੀਆਂ ਗੱਲਾਂ ਚੰਗੀ ਕੀਮਤੀ ਹੈ, ਤੂੰ ਉਹਨਾਂ ਨਾਲ ਮਿਲ ਆ ਕੇ, ਤੂੰ ਨੇੜੇ ਜੇ ਬੈਠਾ ਹੈ। ਤਾਂ ਇਹ ਇੱਥੋਂ ਘੋੜੀ ਤੇ ਚੜ੍ਹ ਕੇ ਰਾਜਾ ਉੱਥੇ ਗਿਆ। ਰਾਵਤਸਰ ਦਾ ਰਾਜਾ ਲਖਦੀਰ ਸਿੰਘ ਜਸਾਣੇ ਗਿਆ, ਤੇ ਜਸਾਣੇ ਜਾ ਕੇ ਗੁਰੂ ਸਾਹਿਬ ਨੂੰ ਮਿਲਿਆ, ਗੱਲਾਂ ਬਾਤਾਂ ਕਰੀਆਂ। ਜਿੰਨੇ ਦਿਨ ਬਾਕੀ ਉੱਥੇ ਗੁਰੂ ਸਾਹਿਬ ਰਹੇ, ਉਹਨਾਂ ਦੀ ਸਤਸੰਗ ਉਹਨੇ ਕੀਤੀ, ਸੁਣਿਆ। ਤੇ ਉਸ ਤੋਂ ਬਾਅਦ ਜਦੋਂ ਅਖੀਰਲਾ ਦਿਨ ਸੀ, ਉਹਦੇ ਗੁਰੂ ਸਾਹਿਬ ਨੂੰ ਉਸਨੇ ਆਪ ਨੇ ਬੇਨਤੀ ਕੀਤੀ ਕਿ ਜੀ ਮੇਰੇ ਰਾਵਤਸਰ ਵੀ ਚਰਨ ਪਾਓ, ਮੇਰੀ ਇੱਛਾ ਹੈ ਕਿ ਤੁਸੀਂ ਮੇਰੇ ਘਰ ਵੀ ਆਓ। ਤਾਂ ਗੁਰੂ ਸਾਹਿਬ ਨੇ ਉਸ ਨੂੰ ਹਾਂ ਕਹਿ ਦਿੱਤੀ। ਅੱਛਾ ਜੀ। ਕਿ ਮੈਂ ਤੇਰੇ ਰਾਵਤਸਰ ਆਵਾਂਗੇ ਅਸੀਂ। ਤਾਂ ਉਹ ਫਿਰ ਅੱਗੇ ਆ ਕੇ, ਪਹਿਲਾਂ ਆ ਕੇ ਤੇ ਇੱਥੇ ਇੰਤਜ਼ਾਮ ਕਰਨ ਵਾਸਤੇ ਪਹਿਲਾਂ ਆ ਗਿਆ। ਇੱਥੇ ਉਹਨੇ ਵੀ, ਕਿਉਂਕਿ ਉੱਥੇ ਪਤਾ ਸੀ ਘਰੇ ਜਾਂਦੇ ਨਹੀਂ, ਤਾਂ ਉਸਨੇ ਇੱਥੇ ਸ਼ਾਮਿਆਨੇ ਲਵਾ ਲਏ, ਤੇ ਜਦੋਂ ਉਹਨੂੰ ਗੁਰੂ ਸਾਹਿਬ ਆਏ ਤਾਂ ਉਦੋਂ ਨੂੰ ਉਹ ਇੱਥੋਂ ਦੀ ਸੰਗਤ ਨੂੰ ਲੈ ਕੇ, ਆਪਦੇ ਲੋਕਾਂ ਨੂੰ ਲੈ ਕੇ, ਪਿੰਡਾਂ ਦੇ ਲੋਕਾਂ ਨੂੰ ਬੁਲਵਾਇਆ ਸੀ ਉਸਨੇ ਨੇਚਰ 'ਚ, ਤੇ ਮੋਤੀਆਂ ਦਾ ਥਾਲ ਲੈ ਕੇ ਨਜ਼ਰਾਨੇ ਦੇ ਰੂਪ 'ਚ ਸਵਾਗਤ ਵਾਸਤੇ ਗੁਰੂ ਸਾਹਿਬ ਨੂੰ ਮਿਲਿਆ। ਅੱਛਾ ਜੀ। ਗੁਰੂ ਸਾਹਿਬ ਇੱਥੇ ਵੀ 4 ਦਿਨ ਰਹੇ। ਇਹ ਰਾਜ ਘਰਾਣੇ ਦੇ ਖਿਆਤ ਜੋ ਹੈ ਡਿੰਗਲ ਭਾਸ਼ਾ ਵਿੱਚ ਪਈ ਹੈ। ਉਹ ਹੁਣ ਇਹ ਨਹੀਂ ਪਤਾ ਕਿੱਥੇ ਪਈ ਹੈ, ਕਿਸੇ ਕਿਤਾਬ ਵਿੱਚ ਦਰਜ ਨਹੀਂ ਹੈ। ਉਹ ਪੰਡਾਂ ਬਣ ਕੇ ਤੇ ਸਟੋਰਾਂ ਸਿੱਟ ਰੱਖੀਆਂ, ਹੋ ਸਕਦਾ ਹੈ ਕਿਤੇ ਉਹ ਕਿਤੇ ਨਾ ਕਿਤੇ ਲੱਭ ਵੀ ਸਕਦੀ ਹੈ, ਤੇ ਉਹਨੂੰ ਸਿਉਂਖ ਖਾ ਗਈ ਹੋਵੇ ਤਾਂ ਖਾ ਵੀ ਗਈ ਹੋਵੇ, ਇਹ ਵੀ ਹੈ। ਲੇਕਿਨ ਉਹਨਾਂ ਦੇ ਪਰਿਵਾਰ 'ਚ ਇਹ ਗੱਲ ਜ਼ਰੂਰ ਚੱਲਦੀ ਹੈ, ਕਨਵੇ ਹੈ ਉਹਨਾਂ ਦੇ ਪਰਿਵਾਰ 'ਚ। ਹੁਣ ਜਿਵੇਂ ਰਾਣੀ ਸਾਹਿਬ ਸੀਗੇ ਆਖਰੀ ਰਾਜਾ ਦੀ ਪਤਨੀ, ਉਹਨਾਂ ਦੇ ਬੇਟੇ ਹੈਗੇ ਹੁਣ ਰਾਜਸਥਾਨ ਪੁਲਿਸ ਦੇ ਡੀਜੀਪੀ ਬਲਵੱਦਰ ਸਿੰਘ ਰਾਠੌੜ। ਉਹਨਾਂ ਨਾਲ ਵੀ ਜੇ ਆਪਾਂ ਗੱਲਬਾਤ ਕਰੀਏ ਤੇ ਆਹੀ ਗੱਲ ਉਹ ਦੁਹਰਾਉਂਦੇ ਹੈ। ਠੀਕ ਹੈ। ਵਰਤਮਾਨ 'ਚ ਹੈਗੇ ਉਹ 75-77 ਸਾਲ ਦੇ ਹੈ। ਤਾਂ ਉਹ ਵੀ ਜਦੋਂ ਆਪਾਂ ਆ ਜਾ ਕੇ ਗੱਲ ਕਰਦੇ ਹਾਂ, ਬੜੀ ਸ਼ਰਧਾ ਨਾਲ ਅੱਖਾਂ ਨੀਵੀਆਂ ਕਰਕੇ ਹੱਥ ਬੰਨ੍ਹ ਕੇ ਪਰ ਇਹ ਪ੍ਰਸੰਗ ਸੁਣਾਉਂਦੇ ਹੈ, ਔਰ ਬੜੀ ਉਹਨਾਂ ਦੀ ਸ਼ਰਧਾ ਹੈ। ਰਾਣੀ ਸਾਹਿਬ ਨੇ ਗੁਰੂ ਸਾਹਿਬ ਤੇ ਲਖਦੀਰ ਸਿੰਘ ਦੇ ਮਿਲਣ ਦੀ ਇੱਕ ਫੋਟੋ ਬਣਵਾਈ ਕਿਸੇ ਚਿੱਤਰਕਾਰ ਤੋਂ 10,000 ਰੁਪਏ 'ਚ। ਅੱਛਾ, ਹੁਣ ਦੱਸ ਕੇ ਵੀ ਆ ਇਸ ਤਰ੍ਹਾਂ ਬਣਾ ਵੀ ਇਹ ਸਾਡੇ ਪੁਰਖਿਆਂ ਦੀ ਆ, ਗੁਰੂ ਸਾਹਿਬ ਦੀ ਸਾਰਿਆਂ ਨੂੰ ਆਇਆ। ਤੇ ਉਹ ਇੱਥੇ ਰਾਵਤਸਰ ਜਦੋਂ ਭੇਟਾ ਕਰਦੀ ਮਿਲਦੇ ਆ, ਉਹ ਆ ਭੇਟ ਹੁੰਦੀ ਹੈ ਉਹਨਾਂ ਦੀ, ਉਸ ਟਾਈਮ ਦੀ ਉਹਨਾਂ ਨੇ ਕਾਲਪਨਿਕ ਚਿੱਤਰ ਬਣਵਾਇਆ ਕਿਸੇ ਚਿੱਤਰਕਾਰ ਤੋਂ, ਤੇ ਉਹਦੇ ਵਿੱਚ ਮੈਥੋਂ ਹੀ ਰਾਏ ਲਈ ਸੀ ਰਾਣੀ ਸਾਹਿਬ ਨੇ ਕਿ ਵੀ ਹਮਾਰੇ ਵੀ ਤਾਂ ਜੋ ਦਾਦਾ ਪਰਦਾਦਾ ਥੇ ਸਸੁਰ ਮੇਰੇ ਬੜੇ, ਤੇ ਉਹ ਵੀ ਤਾਂ ਵੱਡੇ ਸੀ, ਤੇ ਗੁਰੂ ਸਾਹਿਬ ਦੇ ਨਾਲ ਉਹਨਾਂ ਨੇ ਹੱਥ ਮਿਲਾਇਆ ਹੋਊਗਾ। ਹਾਂ ਬਿਲਕੁਲ। ਤੇ ਮੈਂ ਕਿਹਾ ਜੀ ਮੈਂ ਨਹੀਂ ਕਹਿ ਸਕਦਾ ਗੁਰੂ ਸਾਹਿਬ ਹੱਥ ਮਿਲਾਉਂਦੇ ਸੀ ਕਿ ਨਹੀਂ ਮਿਲਾਉਂਦੇ, ਪਰ ਤੁਸੀਂ ਇਹ ਚੱਕਰ 'ਚ ਨਾ ਪਾਓ, ਕੋਈ ਹੋਰ ਤਰੀਕੇ ਨਾਲ। ਫਿਰ ਉਹਨਾਂ ਨੇ ਨਾ ਇਸ ਤਰ੍ਹਾਂ ਬਣਾਤਾ ਉਹ ਚਿੱਤਰ ਵੀ ਥਾਲੀ ਜਿਹੜੀ ਹੈ ਭਰੀ ਹੈ ਮੋਤੀਆਂ ਦੀ, ਐ ਥਾਲੀ ਕਰਕੇ, ਤੇ ਬਸ ਉਹ ਇਸ ਤਰ੍ਹਾਂ ਹੋ ਗਿਆ। ਉਹਨਾਂ ਦਾ ਦੋਨਾਂ ਦਾ ਮਿਲਣ ਹੋ ਗਿਆ, ਡੰਗ ਲੈ ਗਿਆ, ਤੇ ਉਹ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਬਣਿਆ। ਤਾਂ ਉਹ ਇੱਥੇ 4 ਦਿਨ ਰਹਿ ਕੇ ਗੁਰੂ ਸਾਹਿਬ ਨੇ ਸਤਸੰਗ ਕਰੀ, ਇੱਥੋਂ ਵਿਦਾਈ ਲਈ। ਤਾਂ ਇੱਥੋਂ ਗਏ ਫਿਰ ਉਹ ਨੌਰ, ਇੱਥੋਂ ਰਾਵਤਸਰ ਤੋਂ ਨੌਰ। ਇੱਕਦਮ ਉਦੋਂ ਤਾਂ ਨੱਕ ਦੀ ਸੀਧ ਹੁੰਦੀ ਸੀ ਰਸਤੇ। ਹਾਂ, ਉਹ ਤਾਂ ਫਿਰ ਤੇ ਕੋਈ ਉਦੋਂ ਸਿੱਧੇ ਘੋੜੇ ਚੱਲਦੇ ਸੀਗੇ, ਘੋੜੇ ਚੱਲਦੇ ਸੀ, ਖੇਤਾਂ ਵਿੱਚ ਦੀ ਚਰਦੇ ਹੋਏ ਤੁਰਦੇ ਜਾਂਦੇ ਸੀਗੇ। ਤੇ ਉਹ ਨੌਰ ਗਏ। ਨੌਰ ਜਾ ਕੇ ਉਹ ਕਬੂਤਰਸਰ ਗੁਰਦੁਆਰੇ ਵਾਲੀ ਘਟਨਾ ਬਣੀ ਹੈ, ਤੁਸੀਂ ਅੱਜ ਪੁੱਛ ਹੀ ਆਏ ਹੋ। ਉਹ ਸ਼ੀਨ ਤਲਾਈ ਵਾਲਾ, ਪਾਣੀ ਵਾਲਾ ਖੂਹ ਵਾਲੀ ਗੱਲ ਵੀ ਬਣੀ। ਉਸ ਤੋਂ ਬਾਅਦ ਉੱਥੇ ਗੁਰੂ ਸਾਹਿਬ ਵਿਦਵਾਨ ਲੋਕਾਂ ਕੋਲੇ ਖੁਦ ਚੱਲ ਕੇ ਜਾਂਦੇ ਸੀ, ਵਿਦਵਾਨਾਂ ਦੀ ਬੜੀ ਕਦਰ ਕਰਦੇ ਸੀ। ਉਹਨਾਂ ਨੇ ਪੁੱਛਿਆ, ਪੰਡਾ ਜੀ, ਉਹਨਾਂ ਨੇ ਪੁੱਛਿਆ ਕਿਸੇ ਤੋਂ ਵੀ ਇੱਥੇ ਕੋਈ ਵਿਦਵਾਨ ਬੰਦਾ ਕੌਣ ਹੈ, ਤਾਂ ਪੰਡਾ ਜੀ ਦਾ ਇੱਕ ਦਾ ਨਾਮ ਆਇਆ, ਮੇਰੇ ਨਾਮ ਨਹੀਂ ਉਹਨਾਂ ਦਾ ਯਾਦ। ਉਹਨਾਂ ਦਾ ਨਾਮ ਸ਼ਾਇਦ ਕ੍ਰਿਸ਼ਨ ਲਾਲ ਪੰਡਾ ਜੀ ਹੈ, ਹੋ ਸਕਦੇ ਹੋ, ਉਸ ਟਾਈਮ ਵਾਲੇ ਗੁਰੂ ਸਾਹਿਬ ਦੇ ਸਮਕਾਲੀਨ। ਬਿਲਕੁਲ, ਹੁਣ ਤਾਂ ਕੈਲਾਸ਼ ਪੰਡਾ ਉਹਨਾਂ ਦੇ ਪਰਿਵਾਰ ਦਾ ਹੈ, ਕੈਲਾਸ਼ ਮੇਰਾ ਦੋਸਤ ਹੈ, ਉਹ ਤੇ ਉਹ ਮਿਲਦਾ ਰਹਿੰਦਾ। ਉਹ ਕਹਿੰਦੇ ਵੀ ਸਾਡੇ ਬਜ਼ੁਰਗਾਂ ਕੋਲੇ 5-6 ਪੀੜ੍ਹੀ ਪਹਿਲਾਂ ਸਾਡੇ ਬਜ਼ੁਰਗਾਂ ਕੋਲ ਗੁਰੂ ਸਾਹਿਬ ਆਏ, ਉਹਨਾਂ ਨਾਲ ਗੋਸ਼ਟੀ ਕੀਤੀ, ਵਿਦਵਾਨਾਂ ਦੀ ਬੜੀ ਕਦਰ ਕਰਦੇ ਸੀ, ਤੇ ਉਹ ਬਹੁਤ ਪ੍ਰਕਾਂਡ ਵਿਦਵਾਨ ਸੀ ਸੰਸਕ੍ਰਿਤ ਦੇ, ਕ੍ਰਿਸ਼ਨ ਲਾਲ ਜੀ।
ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਆਪ ਦੇ ਕੋਲੋਂ 2 ਗ੍ਰੰਥ ਦਿੱਤੇ। ਉਹਨਾਂ ਨੇ ਮੇਰੀ ਗੱਲ ਹੁੰਦੀ ਰਹਿੰਦੀ ਸੀ ਉਹਨਾਂ ਦੇ ਪਰਿਵਾਰ ਦੇ ਬਜ਼ੁਰਗਾਂ ਨਾਲ। ਦੱਸਦੇ ਸੀ, ਕਹਿੰਦੇ ਸਾਡੇ ਬੜੇ ਅਜੀਜ਼ ਮਿੱਤਰ ਹੈ ਬਿਲਕੁਲ ਕੈਲਾਸ਼ ਜੀ ਦੱਸਦੇ ਸੀ। ਬਿਲਕੁਲ ਪਰਿਵਾਰ ਦੇ ਲੋਕਾਂ ਨਾਲ ਉਹਨਾਂ ਦੇ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ। ਪੰਡਾ ਜੀ ਉਹਨਾਂ ਦੇ ਪਰਿਵਾਰ 'ਚ ਇੱਕ ਹੋਰ ਹੋਇਆ ਕਿ ਪ੍ਰਹਲਾਦ ਦੱਤ ਪੰਡਾ ਜੀ, ਉਹ ਸਾਡੇ ਸਕੂਲਾਂ ਦੇ ਅਫਸਰ ਸੀਗੇ ਤੇ ਉਹ ਇਤਿਹਾਸਕਾਰ ਸੀ। ਉਹਨਾਂ ਨੇ ਲਾਹੌਰ ਕਾ ਇਤਿਹਾਸ ਨਾਮ ਦੀ ਕਿਤਾਬ ਲਿਖੀ ਹੈ। ਅੱਛਾ, ਉਸ ਵਿੱਚ ਵੀ ਆ ਜ਼ਿਕਰ ਲਿਖਿਆ ਲਾਹੌਰ ਕਾ ਇਤਿਹਾਸ ਬਹੁਤ ਵੱਡਾ ਗ੍ਰੰਥ ਹੈ। ਪੁਰਾਣਾ ਨੌਰ ਕਿਵੇਂ ਬਸਿਆ, ਨੌਰ ਜਿਹੜਾ ਹੈ ਇਹ ਕੌਰਵਾਂ ਪਾਂਡਵਾਂ ਤੋਂ ਵੀ ਪੁਰਾਣਾ ਹੈ। ਅੱਛਾ ਜੀ, ਸ਼ਹਿਰ ਸਰਸਵਤੀ ਨਦੀ ਇਸ ਦੇ ਕਿਨਾਰੇ ਤੇ ਬਸਦੀ ਚੱਲਦੀ ਸੀ ਕਦੇ। ਨੌਰ ਸਰਸਵਤੀ ਨਦੀ ਅੱਛਾ, ਕਦੇ ਇੱਥੋਂ ਦੀ ਸਰਸਵਤੀ ਨਦੀ ਵਹਿੰਦੀ ਰਹੀ ਹੈ, ਚੱਲੀ ਉਹ ਪਹਾੜਾਂ ਤੋਂ ਹਿਮਾਲਿਆ ਤੋਂ ਚੱਲੀ ਹੋਈ ਕਰਾਚੀ ਜਾ ਕੇ ਤੇ ਸਮੁੰਦਰ 'ਚ ਗਿਰਦੀ ਸੀ। ਉਹ ਹਾਈ ਉਹਦਾ ਰੂਟ ਸੀ, ਇੱਥੋਂ ਦੀ ਚੱਲਦੀ ਸੀ। ਠੀਕ ਹੈ, ਹੁਣ ਉਹ ਨਾਲੀ ਰਹਿ ਗਈ, ਘੱਗਰ ਰਹਿ ਗਿਆ, ਉਹ ਥੋੜੀ ਧਾਰ ਰਹਿ ਗਈ ਤੇ ਲੇਕਿਨ ਸਰਸਵਤੀ ਜਿਹੜੀ ਹੁਣ ਤਾਂ ਵਿਲੁਪਤ ਹੋ ਗਈ। ਲੇਕਿਨ ਧਰਤੀ 'ਚੋਂ ਜਿਹੜਾ ਪਾਣੀ ਨਿਕਲਦਾ ਹੈ ਜਾਂ ਜੇ ਕੋਈ ਥੱਲੇ ਡੂੰਘੇ ਬਹੁਤ ਡੂੰਘੇ ਜਿਵੇਂ ਕੋਈ ਵਗੈਰਾ ਖੂਆ ਵਗੈਰਾ ਖੋਦਿਆ ਤੇ ਥੱਲੇ ਬਰੇਤੀ ਨਿਕਲਦੀ ਹੈ। ਤਾਂ ਬਰੇਤੀ ਨਦੀ ਦੇ ਤਲੇ ਤੇ ਹੁੰਦੀ ਹੈ, ਨਦੀ ਦੇ ਤਲੇ ਤੇ ਹੁੰਦੀ ਹੈ ਜਿੱਥੇ ਨਦੀ ਪਾਣੀ ਵਹਿੰਦਾ ਰਿਹਾ। ਬਿਲਕੁਲ ਬਰੇਤੀ ਨਿਕਲਦੀ। ਅੱਜ ਇੱਥੇ ਮੇਰੇ ਘਰੇ ਵੀ ਪਟ ਲਈਏ ਤਾਂ ਇੱਥੋਂ ਬਰੇਤੀ ਨਿਕਲੂਗੀ। ਠੀਕ ਹੈ, ਤਾਂ ਇਹਦਾ ਮਤਲਬ ਹੈ ਸਾਬਤ ਹੁੰਦਾ ਹੈ ਕਿ ਇੱਥੋਂ ਦੀ ਨਦੀ ਕਦੇ ਵਗਦੀ ਸੀ। ਤਾਂ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਗ੍ਰੰਥ ਦਿੱਤੇ। ਉਹਨਾਂ ਨੇ ਫਿਰ ਪੰਡਤ ਜੀ ਨੇ ਪ੍ਰਹਲਾਦ ਜੀ ਨੇ ਮੈਨੂੰ ਵੀ ਦੱਸਿਆ ਕਿ ਸਾਡੇ ਘਰੇ ਗ੍ਰੰਥ ਪਏ। ਫਿਰ ਮੈਂ ਆ ਸਾਰੇ ਵਰਤਾਂਤ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਇਹ ਮੈਂ ਅਜੀਤ ਅਖਬਾਰ 'ਚ ਭੇਜਿਆ, ਹਿੰਦੀ ਤੇ ਪੰਜਾਬੀ ਦੇ ਸੰਸਕਰਨਾਂ ਵਿੱਚ ਇਹ ਛਪਿਆ। ਉੱਥੋਂ ਕੋਈ ਤੁਹਾਡੇ ਵਰਗਾ ਜਿਗਿਆਸੂ ਬੰਦਾ ਆਇਆ, ਮੈਨੂੰ ਮਿਲਿਆ, ਮੈਂ ਉਸ ਨੂੰ ਆਹ ਗੱਲ ਦੱਸੀ। ਉਹ ਕਹਿੰਦਾ ਕੀ ਸੱਚੀ ਗੱਲ ਹੈ ਜਿਹੜੀ ਅਖਬਾਰ 'ਚ ਲਿਖੀ ਹੈ? ਤੇ ਮੈਂ ਕਿਹਾ ਜੀ ਵੀ ਮੈਂ ਸੱਚ ਝੂਠ ਤੱਕ ਸਾਬਿਤ ਨਹੀਂ ਕਰ ਸਕਦਾ, ਲੇਕਿਨ ਸੁਣੀ ਸੁਣਾਈ ਹੈ। ਨੌਰ ਤੁਸੀਂ ਜਾਓ। ਫਿਰ ਉਹ ਨੌਰ ਗਏ, ਉਹਨਾਂ 'ਚੋਂ ਇੱਕ ਗ੍ਰੰਥ ਉਹ ਮੰਗ ਕੇ ਲੈ ਗਏ ਕਿ ਵੀ ਮੈਨੂੰ ਦਿਓ, ਮੈਂ ਇਹਦੀ ਪ੍ਰਮਾਣਿਕਤਾ ਕਰੂੰਗਾ ਕਿ ਗੁਰੂ ਸਾਹਿਬ ਦੇ ਹੱਥ ਦਾ ਲਿਖਿਆ ਕਿ ਨਹੀਂ, ਜਾਂ ਕੀ ਹੈ ਇਹਦੇ ਵਿੱਚ ਕੀ ਹੈ। ਉਹ ਨਾਲ ਲੈ ਗਏ। ਉਹ ਪੰਡਤ ਜੀ ਦੀ ਮੈਨੂੰ ਅਜੇ ਤੱਕ ਵੀ ਲਾਂਭਾ ਮਿਲਦਾ ਹੈ ਕਿ ਉਹ ਵਾਪਸ ਦੇਣ ਨਹੀਂ ਆਏ। ਉਹ ਸਾਨੂੰ ਦੱਸਦੇ ਸੀ, ਕਹਿੰਦੇ ਕੋਈ ਗੁਰੂ ਘਰ ਤੋਂ ਸੀਗੇ ਜੋ ਐਂ ਕਹਿ ਕੇ ਲੈ ਗਏ ਸੀਗੇ, ਵਾਪਿਸ ਨਹੀਂ ਦੇਣਾ। ਫਾਦਰ ਨੇ ਤਾਂ ਕਹਿੰਦਾ ਉਹ ਅਜੇ ਤੱਕ ਕੀਤਾ। ਕਹਿੰਦਾ ਮੁੜ ਕੇ ਉਹਨਾਂ ਨੂੰ ਦੇਤਾ ਸੀ। ਉਹਨਾਂ ਨੇ ਕਹਿੰਦੇ ਵੀ ਠੀਕ ਹੈ ਇਹ ਕਿਸੇ ਕੰਮ 'ਚ ਆਉਣ ਲੇਖੇ ਲੱਗਣ। ਵੈਸੇ ਤਾਂ ਉਹ ਬੜਾ ਸੰਭਾਲ ਕੇ ਰੱਖਦੇ ਆ, ਰੁਮਾਲੇ ਰੱਖ ਕੇ ਕਰ ਰੱਖਿਆ ਉਹ ਕੁਝ ਅੰਗ ਨੇ ਉਹ। ਅੱਛਾ, ਹਾਂ, ਉਹ ਉਹਨਾਂ ਨੇ ਲੈਮੀਨੇਸ਼ਨ ਕਰ ਰੱਖੇ ਹੈ ਤੇ ਉਹ ਸੰਭਾਲ ਕੇ ਵੀ ਗਾਹ ਨੂੰ ਖਰਾਬ ਨਾ ਹੋਵੇ। ਹਾਂ, ਬਿਕਾਜ਼ ਇਹ ਤਾਂ ਸਦੀਆਂ ਹੋ ਗਈਆਂ, ਕਾਫੀ ਟਾਈਮ ਹੋ ਗਿਆ, ਸਦੀਆਂ ਹੋ ਗਈਆਂ। ਹਾਂ, ਤਾਂ ਇਸ ਤਰ੍ਹਾਂ ਦਾ ਇਤਿਹਾਸ ਰਾਵਤਸਰ ਨਾਲ ਜੁੜਦਾ ਹੈ ਜੀ। ਅਸੀਂ ਇਹ ਚਾਹੁੰਦੇ ਹਾਂ ਕਿ ਇਸ ਦਾ ਜੋ ਹੈ ਨਾ ਅੱਗੇ ਜਾ ਕੇ ਪ੍ਰਚਾਰ ਹੋਵੇ ਕਿ ਗੁਰੂ ਸਾਹਿਬ ਰਾਵਤਸਰ ਵੀ ਆਏ। ਸ਼੍ਰੋਮਣੀ ਕਮੇਟੀ ਜਾਂ ਹੋਰ ਜੋ ਵੀ ਸੰਸਥਾਵਾਂ ਰੂਟ ਚਾਰਟ ਗੁਰੂ ਸਾਹਿਬ ਦਾ ਨਾਂਦੇੜ ਸਾਹਿਬ ਜਾਂਦੇ ਵੇਲੇ ਦਾ ਬਣਾਉਂਦੇ ਹੈ, ਉਹ ਜ਼ਰੂਰ ਰਾਵਤਸਰ ਦਾ ਵੀ ਵਿੱਚ ਜ਼ਿਕਰ ਕਰਨ। ਬਿਲਕੁਲ ਬਿਲਕੁਲ। ਜਿਹੜਾ ਤੁਸੀਂ ਅੱਜ ਸੁਣ ਕੇ ਆਏ ਹੋ ਸਾਵਾ ਸਾਹਿਬ ਇਤਿਹਾਸ ਵੀ, ਪਿੱਪਲ ਤੇ ਜੰਡ ਤੇ ਸੱਪ ਤੇ ਉਹ ਚੀਜ਼ਾਂ, ਉਸ ਟਾਈਮ ਗੁਰੂ ਸਾਹਿਬ ਜਦੋਂ ਇੱਥੋਂ ਦੀ ਗੁਰੂ ਸਾਹਿਬ ਗਏ ਹੈ ਨੌਰ ਤੋਂ ਬਾਅਦ ਕਬੂਤਰਸਰ ਵਾਲੀ ਘਟਨਾ, ਉਹ ਵਿਦਵਾਨਾਂ ਦੇ ਘਰੇ ਮਿਲ ਕਰਕੇ ਪੰਜੇ ਸਿੰਘ ਨਾਲ ਘੋੜੇ ਅੱਗੇ ਗੁਰੂ ਸਾਹਿਬ ਦਾ ਘੋੜਾ ਪਿੱਛੇ ਉਹਨਾਂ ਦੇ ਡੰਡੀਆਂ ਵੀ ਦੀ ਚੱਲਦੇ, ਬਾਜਰੇ ਦੇ ਖੇਤ ਸੀ ਉੱਥੇ। ਅੱਛਾ ਜੀ। ਤੇ ਇੱਧਰ ਬਾਜਰਾ ਹੁੰਦਾ ਤੇ ਬਰਾਨੀ ਏਰੀਏ ਵੇਲੇ। ਤੇ ਇੱਕ ਜ਼ਿਮੀਂਦਾਰ ਆਦਮੀ, ਕਿਸਾਨ ਆਦਮੀ ਖੇਤ 'ਚ ਬੈਠਾ ਸੀ, ਆਪਦੀ ਝੁੱਗੀ ਝੌਂਪੜੀ ਬਣਾ ਕਰਕੇ, ਤੇ ਉਹ ਰੋਟੀ ਖਾਣ ਦੀ ਤਿਆਰੀ ਸੀਗਾ। ਘਰੋਂ ਰੋਟੀ ਉਹਦੀ ਆਈ, 2 ਬਾਜਰੇ ਦੇ ਵੱਡੇ ਵੱਡੇ ਰੋਟ ਆਏ ਤੇ ਉਹ ਖਾਣ ਦੀ ਤਿਆਰੀ ਸੀ। ਇਹਨੇ ਉਹ ਡੰਡੀ ਕੋਲਦੀ ਸੀ, ਗੁਰੂ ਸਾਹਿਬ ਉੱਥੋਂ ਜਾਣ ਲੱਗੇ ਤਾਂ ਉਸਨੇ ਉਹੀ ਆਵਾਜ਼ ਦਿੱਤੀ, ਆ ਜਾਓ ਜੀ ਮਹਾਂਪੁਰਸ਼ੋ, ਭੋਜਨ ਛਕ ਲਓ। ਤਾਂ ਗੁਰੂ ਸਾਹਿਬ ਨੇ ਮਤਲਬ ਇਸ ਤਰ੍ਹਾਂ ਕਹਿੰਦੇ ਆ ਲੋਕ ਕਿ ਗੁਰੂ ਸਾਹਿਬ ਨੇ ਬਾਜਰੇ ਦੀ ਰੋਟੀ ਉਸ ਤੋਂ ਪਹਿਲਾਂ ਕਦੇ ਦੇਖੀ ਨਹੀਂ ਸੀ, ਖਾਧੀ ਨਹੀਂ ਸੀ। ਉੱਧਰ ਪੰਜਾਬ 'ਚ ਤਾਂ ਹੁੰਦਾ ਨਹੀਂ ਸੀ ਬਾਜਰਾ। ਕਹਿੰਦੇ ਵੀ ਬਾਜਰੇ ਦੀ ਰੋਟੀ ਤਾਂ ਅਸੀਂ ਮਾੜੀ ਮਾੜੀ ਜ਼ਰੂਰ ਖਾਵਾਂਗੇ। ਤਾਂ ਉਹਨਾਂ ਤੋਂ ਲੈ ਕੇ ਥੋੜ੍ਹੀ ਥੋੜ੍ਹੀ ਬਾਜਰੇ ਦੀ ਰੋਟੀ ਗੁਰੂ ਸਾਹਿਬ ਨੇ ਖਾਧੀ। ਉੱਥੇ ਕੁਛ ਦੇਰ ਰੁਕ ਕੇ ਗੱਲਾਂ ਬਾਤਾਂ ਕੀਤੀਆਂ ਤੇ ਉਸ ਜਗ੍ਹਾ 'ਤੇ ਬਾਅਦ 'ਚ ਪਿੰਡ ਵਸਿਆ ਸਾਰਨੋਂ ਵਾਲੀ ਢਾਣੀ। ਉਹ ਜਿਹੜਾ ਚੌਧਰੀ ਸੀਗਾ ਖੇਤ ਰੁਖਾਲੀ ਕਰਦਾ, ਉਹ ਵੀ ਸਹਾਰਨ ਜਾਤੀ ਦਾ ਹੀ ਸੀਗਾ। ਠੀਕ ਹੈ। ਤੇ ਉਸ ਜਗ੍ਹਾ ਪਿੰਡ ਵਸਿਆ। ਤੇ ਫਿਰ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਗੁਰੂ ਸਾਹਿਬ ਨੇ ਇੱਥੇ ਲੰਗਰ ਛਕਿਆ, ਥੋੜ੍ਹਾ ਬਹੁਤ ਛਕਿਆ, ਤਾਂ ਉਹ ਫਿਰ ਲੰਗਰਸਰ ਗੁਰਦੁਆਰਾ ਦੀ ਬਿਲਡਿੰਗ ਉੱਥੇ ਬਣ ਗਈ। ਪਿੱਛੇ ਜੇ ਉਹ ਘਟਨਾ ਵੀ ਹੋ ਗਈ ਸੀ ਉਸ ਗੁਰਦੁਆਰੇ 'ਚ। ਆਤਮਾ ਸਿੰਘ ਜੀ ਮਵੇਰਾਂ ਵਾਲੇ ਸੇਵਾ ਕਰਵਾ ਰਹੇ ਸੀ, ਉਹਨਾਂ ਦਾ ਖੁਦ ਦਾ 25 ਸਾਲ ਦਾ ਬੇਟਾ ਗੁਜ਼ਰ ਗਿਆ, ਉਹ ਗਿਰ ਗਈ ਸੀ ਉਹ ਛੱਤ, ਪਿੱਲਰ ਬਹਿ ਗਿਆ ਸੀ ਇੱਕ ਸਾਈਡ, ਸਾਰੀ ਛੱਤ ਹੀ ਡਿੱਗ ਪਈ ਸੀ ਉੱਤੇ। ਤੇ ਉਹਨਾਂ ਨੇ ਨਵਾਂ ਪ੍ਰਯੋਗ ਕਰਿਆ ਸੀ, ਬਿਨਾਂ ਗਾਡਰ ਬਿਨਾਂ ਸਰੀਏ ਛੱਤ ਨਹੀਂ ਸੀ। ਇਹ ਚੀਜ਼ ਉਹਨਾਂ ਨੇ ਇੱਥੇ ਬਣਾਇਆ ਜਸਾਣੇ। ਹਾਂ, ਇਹ ਕਾਮਯਾਬ ਹੈ। ਉੱਥੇ ਪਤਾ ਨਹੀਂ ਕੀ ਗੱਲ ਹੋ ਗਈ, ਸੀਮੈਂਟ ਖਰਾਬ ਹੋ ਗਿਆ ਜਾਂ ਕੁਛ ਵੀ ਹੈ। ਤੇ ਉਸ ਤੋਂ ਬਾਅਦ ਉੱਥੇ ਜਦੋਂ ਸਾਹਵਾ ਸਾਹਿਬ ਗਏ
ਪਾਣੀ ਉਹਨਾਂ ਨੇ ਮੰਗਿਆ, ਗੁਰੂ ਸਾਹਿਬ ਨੇ ਪਾਣੀ ਤੇ ਲੱਗੀ ਸੀ। ਤਾਂ ਉੱਥੋਂ ਦੇ ਲੋਕ ਕਹਿੰਦੇ ਜੀ ਪਾਣੀ ਤਾਂ ਸਾਡੀਆਂ ਅੱਖਾਂ 'ਚੋਂ ਹੀ ਮੁੱਕ ਗਿਆ ਜੀ, ਰੋ ਰੋ ਕੇ, ਇੱਥੇ ਤਾਂ 12 ਸਾਲ ਹੋ ਗਏ ਕਾਲ ਪੈ ਰਿਹਾ, ਪਾਣੀ ਨਹੀਂ ਹੈਗਾ। ਪਰ ਉਹ ਲੋਕ ਤੋੜ ਰੱਖਦੇ ਇਹੋ ਜਿਹੀਆਂ ਚੀਜ਼ਾਂ। ਮਤੀਰੇ ਇੱਧਰ ਹੁੰਦੇ ਆ ਤਾਂ ਮਤੀਰੇ ਕਈ ਸਾਲ ਤੱਕ ਰਹਿ ਜਾਂਦਾ ਮਤੀਰਾ, ਅਗਰ ਸੰਭਾਲ ਕੇ ਰੱਖ ਲਿਆ ਜਾਏ ਨਾ ਮਤੀਰੇ ਨੂੰ ਤਾਂ ਕਈ ਸਾਲ ਤਾਈਂ ਨਹੀਂ ਉਹ ਖਰਾਬ ਹੁੰਦਾ। ਅਤੇ ਪਾਣੀ ਦੀ ਉਹ ਲੋੜ ਪੂਰੀ ਕਰ ਦਿੰਦਾ ਹੈ। ਉਹ ਪਾਣੀ ਹੁੰਦਾ ਤਾਂ ਉਹ ਇੱਕ ਬੰਦੇ ਨੇ ਉਹਨਾਂ ਨੂੰ ਇੱਕ ਮਤੀਰਾ ਲਿਆ ਕੇ ਦਿੱਤਾ। ਅਤੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਜਿਸ ਦਿਨ ਇਸ ਜੰਡ ਨੂੰ ਇਹ ਪਿੱਪਲ ਢੱਕ ਲੂਗਾ, ਉਹ ਅਕਾਲ ਅਤੇ ਸੱਪ ਦੀ ਸਾਰੀ ਕਹਾਣੀ ਚੱਲਦੀ ਹੈ, ਉਸ ਦਿਨ ਇੱਥੇ ਹਿਮਾਲਿਆ ਦਾ ਪਾਣੀ ਆਊਗਾ, ਹਿਮਾਲਿਆ ਦਾ ਪਾਣੀ ਆਊਗਾ। ਉਸ ਟਾਈਮ ਤਾਂ ਲੱਗੀ ਹੋਣੀ ਇਹ ਵੈਸੀ ਗੱਲ ਹੈ, ਲੇਕਿਨ ਸਹੀ ਗੱਲ ਹੈ, ਇਹ ਬਿਲਕੁਲ ਸੱਚ ਹੋ ਗਈ। ਜਿਸ ਦਿਨ ਉਹ ਜੰਡ ਬਿਲਕੁਲ ਸੁੱਕ ਕੇ ਡਿੱਗ ਪਿਆ, ਹੁਣ ਉੱਥੇ ਬਹੁਤ ਭਾਰੀ ਪਿੱਪਲ ਹੈ ਵੱਡਾ, ਤੇ ਉਸੇ ਦਿਨ ਉੱਥੇ ਸਾਵਾ ਲਿਫਟ ਕੈਨਾਲ ਨਹਿਰ ਦਾ ਪਾਣੀ ਪਹੁੰਚ ਗਿਆ। ਉਸੇ ਦਿਨ ਬਿਲਕੁਲ ਸੱਚ ਹੋਈ ਭਵਿੱਖਬਾਣੀ ਉਹਨਾਂ ਦੀ। ਉਹ ਸਤਲੁਜ ਦਰਿਆ ਤੋਂ ਚੱਲਿਆ ਪਾਣੀ ਇੰਦਰਾ ਗਾਂਧੀ ਨਹਿਰ ਵਿੱਚ ਦੀ ਆ ਕੇ ਖੋਡਾਂ ਪਿੰਡ ਹੈ ਇੱਥੇ ਖੋਡਾਂ, ਤੇ ਉਹ ਖੋਡਾਂ ਤੋਂ ਨਹਿਰ ਦੀ ਉਹ ਬ੍ਰਾਂਚ ਕੱਢੀ ਹੋਈ ਹੈ। ਮੈਂ ਆ ਸਾਰਾ ਵਰਤਾਂਤ ਲਿਖ ਕਰਕੇ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਕਿ ਜੀ ਇਸ ਨਹਿਰ ਦਾ ਨਾਮ ਤੁਸੀਂ ਗੁਰੂ ਗੋਬਿੰਦ ਸਿੰਘ ਮਾਈਨਰ ਕਰ ਦਿਓ, ਕਿਉਂਕਿ ਉਹਨਾਂ ਦੇ ਵਰਦਾਨ ਨਾਲ ਹੀ ਤਾਂ ਗਿਆ ਪਾਣੀ, ਇਹ ਸਬੱਬ ਬਣਿਆ, ਤੇ ਇਸ ਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਬਣਾਓ ਨਾ। ਫਿਰ ਉਹਨਾਂ ਨੇ ਵਾਪਿਸ ਮੈਨੂੰ ਲੈਟਰ ਦਿੱਤਾ, ਮੇਰੇ ਕੋਲ ਪਿਆ ਹੈ, ਭੇਜਿਆ ਮੇਰੇ ਕੋਲ कि आपका पत्र सिंचाई विभाग को भेज दिया गया है, उचित कार्रवाई के लिए आप सचिव सिंचाई विभाग से संपर्क करें। बस ਉਹ ਕਾਗਜ਼ਾਂ 'ਚ ਸਾਡੀ ਉਸ ਗੱਲ ਨੂੰ ਰੋਲਤਾ, ਅਤੇ ਉਹ ਕਿਸੇ ਹੋਰ ਆਦਮੀ ਦੇ, ਕਿਸੇ ਹੋਰ ਨੇਤਾ ਆਦਮੀ ਦੇ ਨਾਮ 'ਤੇ ਉਸ ਨਹਿਰ ਦਾ ਨਾਮਕਰਨ ਕਰ ਦਿੱਤਾ। ਅਤੇ ਜਦੋਂ ਕਿ ਉਹ 300 ਸਾਲ ਖਾਲਸੇ ਦੇ ਨਾਲ 300 ਸਾਲ, ਇਹ ਗੁਰੂ ਦੇ ਨਾਲ 300 ਸਾਲ ਜਦੋਂ ਮੁਹਿੰਮ ਚੱਲ ਰਹੀ ਸੀ 1999 'ਚ, ਅਤੇ ਉਸ ਟਾਈਮ ਮੈਂ ਲਿਖਿਆ ਸੀ ਇਹ ਗੱਲ। ਅਤੇ ਵੀ ਜੀ ਜਗ੍ਹਾ ਜਗ੍ਹਾ ਜਿੱਥੇ ਜਿੱਥੇ ਵੀ ਉਹਨਾਂ ਦੇ ਚਰਨ ਪਏ, ਲੋਕ ਉਹਨਾਂ ਦੇ ਨਾਮ 'ਤੇ ਉਸ ਜਗ੍ਹਾ ਦਾ ਨਾਮ ਕਰ ਰਹੇ ਹੈ। ਨਹਿਰ ਦਾ ਵੀ ਕਰਨਾ ਚਾਹੀਦਾ, ਲੇਕਿਨ ਨਹੀਂ ਹੋ ਸਕਿਆ। ਹਾਂ, ਪਾਣੀ ਉੱਥੇ ਜ਼ਰੂਰ ਪਹੁੰਚ ਗਿਆ, ਬਿਲਕੁਲ ਸਹੀ ਗੱਲ ਹੈ, ਬਹੁਤ ਜ਼ਿਆਦਾ ਤਾਂ ਨਹੀਂ ਹੈ ਪਾਣੀ, ਲੇਕਿਨ ਪੀਣ ਦੇ ਪਾਣੀ ਦੀ ਸਮੱਸਿਆ ਨਹੀਂ ਰਹੀ। ਅਤੇ ਖੇਤੀ ਹੁੰਦੀ ਹੈ, ਡ੍ਰਿਪ ਸਿਸਟਮ ਨਾਲ ਹੁੰਦੀ ਹੈ, ਥੋੜ੍ਹੀ ਬਹੁਤ ਹੁੰਦੀ ਹੈ। ਉੱਥੇ ਤਾਂ ਫਿਰ ਬਹੁਤ ਹੀ ਹੋ ਗਿਆ ਨਾ। ਬਿਲਕੁਲ ਉਸ ਏਰੀਏ ਦੇ ਪਿੰਡਾਂ ਦੇ ਲੋਕ ਮੇਰੇ ਦੋਸਤ ਹੈ, ਮਿਲਦੇ ਰਹਿੰਦੇ, ਮੈਂ ਜਾਂਦਾ ਹੁੰਦਾ ਪ੍ਰੋਗਰਾਮਾਂ 'ਚ ਹੋਰ ਜਾਈਏ ਤਾਂ ਸਾਵਾ ਤੋਂ ਲੈ ਕੇ 25 ਕਿਲੋਮੀਟਰ ਦੂਰ ਤੱਕ, ਉਦੋਂ ਤਾਂ 12 ਕੋਹ ਕਹਿੰਦੇ ਹੁੰਦੇ ਸੀ, 12 ਕੋਹ ਤੱਕ ਕਦੇ ਅਕਾਲ ਨਹੀਂ ਪਿਆ। ਸਾਵਾ ਦੇ ਆਸੇ ਪਾਸੇ 25 ਕਿਲੋਮੀਟਰ ਦੂਰ ਤੱਕ ਕਦੇ ਅਕਾਲ ਨਹੀਂ ਪਿਆ। ਬਰਾਂਡੀ ਏਰੀਆ, ਮੀਂਹ ਪਵੇ ਚਾਹੇ ਨਾ ਵੀ ਪਵੇ, ਖਾਣ ਜੋਗੇ ਦਾਣੇ ਜ਼ਰੂਰ ਹੋ ਜਾਂਦੇ ਹੈ। ਤੇ ਉਹ ਲੋਕ ਇਸ ਚੀਜ਼ ਨੂੰ ਮੰਨਦੇ ਕਿ ਗੁਰੂ ਸਾਹਿਬ ਦਾ ਹੀ ਵਰਦਾਨ ਹੈ, ਇਹ ਬੜੀ ਸ਼ਰਧਾ ਹੈ। ਅੱਜ ਉਹ ਵੀਡੀਓ ਜ਼ਿਕਰ ਕਰ ਰਹੇ ਸੀ ਜੀ, ਇਹ ਸਮਾਜਿਕ ਤੰਤਰ ਸਾਨੂੰ ਪਰੇਸ਼ਾਨੀਆਂ ਕਰਦੇ ਆ ਜਾਂ ਹੋਰ ਕਰਦੇ, ਕੁਛ ਨਹੀਂ ਕਰਦੇ। ਉੱਥੋਂ ਦੇ ਲੋਕ ਤਾਂ ਬੜੀ ਸ਼ਰਧਾ ਰੱਖਦੇ ਗੁਰੂ ਘਰ ਪ੍ਰਤੀ। ਸੁਬਾਹ ਹਰ ਜਾਤੀ ਦੇ ਲੋਕ ਉੱਥੇ ਮੱਥਾ ਟੇਕਣ ਆਉਂਦੇ ਆ। ਸ਼ਰਧਾਲੂਆਂ ਵਾਸਤੇ ਲੰਗਰ ਦੀ ਸੇਵਾ ਕਰਨੀ ਹੈ ਜਾਂ ਪਾਣੀ ਪਿਆਉਣ ਦੀ ਹੈ ਜਾਂ ਹੋਰ ਹੈ। ਉੱਥੋਂ ਦੇ ਲੋਕਲ ਜਿਹੜੇ ਗੈਰ ਸਿੱਖ ਲੋਕ ਹੈ ਉਹ ਵੱਧ ਚੜ੍ਹ ਕੇ ਭਾਗ ਲੈਂਦੇ ਆ। ਅਤੇ ਮੈਂ ਤਾਂ ਸਭਾ ਬਹੁਤ ਹਰ ਸਾਲ ਲਗਭਗ ਇੱਕ ਪ੍ਰੋਗਰਾਮ ਕਰਨ ਜਾਂਦਾ, ਅਤੇ ਉਹ ਬੜਾ ਮੰਨਦੇ ਜੀ ਗੁਰੂ ਘਰ। ਅੱਛਾ, ਇੱਥੇ ਆਪਾਂ ਵਾਪਸ ਆਈਏ ਜੀ, ਜਿਹੜਾ ਰਾਵਤਸਰ ਦੇ ਵਿੱਚ ਗੁਰੂ ਸਾਹਿਬ ਆਏ, ਉਹ ਕੋਈ ਸਥਾਨ ਬਣਾਇਆ ਫਿਰ ਇੱਥੇ, ਜਾਂ ਹਜੇ ਫਿਰ ਨਹੀਂ ਕੋਈ ਹੋ ਜਾ? ਇਹ ਗੁਰੂ ਸਾਹਿਬ ਦਾ ਹੀ ਵਰਦਾਨ ਮੰਨ ਲਈਏ ਕਿ ਉਸੇ ਢਾਬ ਦੇ ਕਿਨਾਰੇ 'ਤੇ ਗੁਰੂ ਘਰ ਹੈ। ਅੱਛਾ, ਬਣਿਆ ਹੋਇਆ, ਜਿਹੜੀ ਢਾਬ 'ਤੇ ਆ ਕੇ ਰੁਕੇ। ਹਾਂ, ਕਿਉਂਕਿ ਢਾਬ ਬਹੁਤ ਵੱਡੀ ਢਾਬ ਸੀ, ਬਹੁਤ ਬੜੀ। ਹੁਣ ਤਾਂ ਅੱਜ ਤੁਸੀਂ ਵੇਖ ਕੇ ਆਏ, ਬਹੁਤ ਛੋਟੇ ਸੰਕੜੇ ਜਗ੍ਹਾ 'ਚ ਹੋ ਗਈ, ਅਤੇ ਹੁਣ ਤਾਂ ਸੀਵਰੇਜ ਦਾ ਪਾਣੀ ਉਹ 'ਚ ਜਾ ਰਿਹਾ, ਹੁਣ ਤਾਂ ਉੱਧਰ ਕੋਈ ਝਾਕਣ ਨੂੰ ਜੀ ਨਹੀਂ ਕਰਦਾ। ਕਦੇ ਉਹ ਢਾਬ ਆਸੇ ਪਾਸੇ ਦੇ 20 ਪਿੰਡਾਂ ਦੀ ਪਿਆਸ ਬੁਝਾਉਂਦੀ ਸੀ। ਬੜੀ ਬਿਲਕੁਲ ਸ਼ੁੱਧ ਪਾਣੀ ਸੀ, ਅਤੇ ਆਸੇ ਪਾਸੇ ਦੇ ਪਿੰਡ ਉੱਥੋਂ ਪਾਣੀ ਲਿਜਾਣ ਵਾਸਤੇ ਆਉਂਦੇ ਹੁੰਦੇ ਸੀਗੇ। ਮੀਂਹ ਦਾ ਪਾਣੀ ਇਕੱਠਾ ਹੁੰਦਾ ਸੀ। ਪੁਰਾਣੇ ਟਾਈਮਾਂ 'ਚ ਜਦੋਂ ਵੀ ਕੋਈ ਪਿੰਡ ਵਸਾਇਆ ਜਾਂਦਾ ਸੀ, ਉਹ ਨਿਮਾਣ ਵਾਲੀ ਜਗ੍ਹਾ ਵਸਾਇਆ ਜਾਂਦਾ ਸੀ ਵੀ ਆਸੇ ਪਾਸਿਓਂ ਪਾਣੀ ਇਕੱਠਾ ਹੋ ਕੇ ਇੱਥੇ ਰੁੜ ਕੇ ਆ ਜੇ, ਅਤੇ ਪਿੰਡਾਂ 'ਚ ਛੱਪੜ ਜ਼ਰੂਰ ਬਣਾਇਆ ਜਾਂਦਾ ਸੀ ਵੀ ਉਹਦੇ ਵਿੱਚੋਂ ਪਾਣੀ ਇਕੱਠਾ ਹੋ ਜੇ। ਉਦੋਂ ਰਾਵਤਸਰ ਇਸ ਤਰ੍ਹਾਂ ਵਸਾਇਆ ਸੀ। ਉਹੀ ਵਸਾਵਟ ਜਿਹੜੀ ਹੈ ਹੁਣ ਇੱਥੇ ਜੀਕਾ ਜੰਜਾਲ ਹੋ ਗਈ ਹੈ। ਹੁਣ ਇੱਥੇ ਸੇਮ ਦਾ ਪਾਣੀ ਆ ਗਿਆ, ਹੁਣ ਪਾਣੀ ਨਿਕਲਦਾ ਨਹੀਂ। ਬਰਸਾਤ ਵੀ ਥੋੜ੍ਹੀ ਜਿਹੀ 2 ਗੁਣਾ ਬਰਸਾਤ ਹੋ ਜੇ, ਸਾਡਾ ਰਾਵਤਸਰ ਡੁੱਬਣ ਦੀ ਸਥਿਤੀ 'ਚ ਆ ਜਾਂਦਾ ਹੈ। ਅੱਛਾ ਜੀ। ਹਾਂ, ਬਾਜ਼ਾਰ 'ਚ ਪਾਣੀ ਭਰ ਕੇ ਖੜ੍ਹ ਜਾਂਦਾ, ਬਾਹਰ ਨਿਕਲਣ ਨੂੰ ਥਾਂ ਹੀ ਨਹੀਂ। ਉਹ ਨੀਵਾਂ ਰਹਿ ਗਿਆ, ਆਸੇ ਪਾਸੇ ਉੱਚਾ ਹੈ। ਤਾਂ ਇਹ ਢਾਬ ਜਿਹੜੀ ਸੀਗੀ ਬਹੁਤ ਵੱਡੀ ਢਾਬ ਸੀ, ਅਤੇ ਹਰ ਜਾਤੀਆਂ ਦੇ ਇਸ ਢਾਬ ਦੇ ਕਿਨਾਰੇ 'ਤੇ ਖੂਹ ਬਣਾਏ ਹੋਏ ਸੀ। ਅੱਡੋ ਅੱਡੀ ਜਾਤੀਆਂ, ਜਾਤੀ ਵਾਈਜ਼ ਜਾਤੀ ਵਿਵਸਥਾ ਰਾਜਸਥਾਨ 'ਚ ਬਹੁਤ ਜ਼ਿਆਦਾ ਰਹੀ ਹੈ, ਪੁਰਾਣੀ ਰਹੀ ਹੈ।
ਤੇ ਹਜੇ ਵੀ ਚੱਲੀ ਜਾਂਦੀ ਹੈ। ਉਸ ਟਾਈਮ ਅਲੱਗ-ਅਲੱਗ ਜਾਤੀਆਂ, ਆ ਜਾਟਾਂ ਦਾ ਖੂਹ ਹੈ, ਆ ਮੇਘਵਾਲਾਂ ਦਾ ਖੂਹ ਹੈ, ਆਹ ਸਵਾਮੀਆਂ ਦਾ ਖੂਹ ਹੈ, ਤੇ ਹਜੇ ਜਾਤੀ ਪ੍ਰਥਾ ਰਾਜਸਥਾਨ 'ਚ ਹੈ ਵੀ ਜ਼ਿਆਦੇ, ਹਜੇ ਹੈਗੀ ਹੈ। ਇੱਧਰ ਤਾਂ ਨਹੀਂ, ਜਿੱਥੇ ਜ਼ਿਆਦਾ ਸ਼ਿਕਸ਼ਾ ਦਾ ਪ੍ਰਸਾਰ ਹੋ ਗਿਆ, ਇੱਧਰੋਂ ਤਾਂ ਮਿਟ ਗਿਆ, ਲੇਕਿਨ ਬਹੁਤ ਸਾਰੇ ਪੰਜਾਬ ਦਾ ਹੀ ਹੈ ਹਾਂ। ਲੇਕਿਨ ਹੋਰ ਜ਼ਿਲ੍ਹਿਆਂ 'ਚ ਕਹਿੰਦੇ ਆ ਵੀ ਇਸ ਤਰ੍ਹਾਂ ਹੈਗਾ। ਸਾਡੇ ਜਿਨ੍ਹਾਂ ਦੀ ਨੌਕਰੀ ਲੱਗ ਜਾਂਦੀ ਹੈ ਦਲਿਤ ਜਾਤੀ ਦੇ ਬੱਚਿਆਂ ਦੀ, ਤਾਂ ਉਹ ਫਿਰ ਆ ਕੇ ਦੱਸਦੇ ਆ ਜੀ ਉੱਥੇ ਲੋਕ ਪਾਣੀ, ਪਿਆਸੇ ਨੂੰ ਪਾਣੀ ਨਹੀਂ ਪਿਆਉਂਦੇ। ਮਰਦਾ ਹੋਵੇ ਐਕਸੀਡੈਂਟ ਵਾਲਾ, ਤੇ ਉਹ ਜੇ ਪਾਣੀ ਮੰਗ ਰਿਹਾ ਤੇ ਕਿਸੇ ਕੋਲ ਪਾਣੀ ਹੈ ਤਾਂ ਉਹ ਪਹਿਲਾਂ ਪੁੱਛੂ ਤੇਰੀ ਜਾਤ ਕੀ ਹੈ। ਜੇ ਹਾਂ, ਅਗਰ ਉਹ ਛੋਟੀ ਜਾਤ ਦਾ ਹੈ ਤਾਂ ਉਹਨੂੰ ਪਾਣੀ ਨਹੀਂ ਪਿਆਉਂਦੇ ਨਹੀਂ ਪਾਣੀ। ਮੈਂ ਪਿੱਛੇ ਜੇ ਗਿਆ ਤਾਂ ਇਹ ਗੱਲ ਮੇਰੇ ਆਮ ਜਿਹੜੇ ਉੱਥੋਂ ਦੇ ਲੋਕ ਸੀ, ਮੇਰੇ ਮਿੱਤਰ, ਉਹਨਾਂ ਨੇ ਮੈਨੂੰ ਇਹ ਗੱਲ ਦੱਸੀ, ਕਹਿੰਦਾ ਸਾਡੇ ਏਰੀਏ ਦੇ ਵਿੱਚ ਇਹ ਹੈਗਾ ਹਾਲੇ ਵੀ। ਸੂਰਤਗੜ੍ਹ ਤੋਂ ਗਾਂਹ ਜੇ ਆਪਾਂ ਜਾਈਏ ਤਾਂ ਉੱਧਰ ਇਹ ਚੀਜ਼ਾਂ ਪ੍ਰਚਲਿਤ ਹੈਗੀਆਂ ਹੈਗੀਆਂ ਜੀ। ਇਹ ਤਾਂ ਚੱਲੀ ਜਾਂਦਾ, ਕਿਸੇ ਟਾਈਮ ਇਹਦੀ ਹੋ ਸਕਦਾ ਕੋਈ ਜ਼ਰੂਰਤ ਹੁੰਦੀ ਹੋਵੇ, ਹੁਣ ਤਾਂ ਹੈ ਨਹੀਂ। ਪਰ ਮਤਲਬ ਇੱਥੇ ਉਹ ਜਾਤੀ ਵਿਵਸਥਾ ਦੇ ਮੁਤਾਬਿਕ ਖੂਹ ਬਣੇ ਸੀ ਤੇ ਬਹੁਤ ਵੱਡੀ ਢਾਬ ਸੀ, ਤੇ ਇਹਦੀ ਪਾਲ ਸੀ, ਕਿਉਂਕਿ ਪੱਟ ਕੇ ਲੋਕਾਂ ਨੇ ਸ਼ਰਮਦਾਨ ਕਰਕੇ ਕਈਆਂ ਨਾਲ ਪੱਟ ਕੇ ਹੀ ਤਾਂ ਬੱਠਾਂ ਨਾਲ ਢੋ ਕੇ ਪਾਲਾਂ ਬਣਾਈਆਂ ਸੀ। ਉਸ ਪਾਲ 'ਤੇ ਗੁਰੂ ਸਾਹਿਬ ਆ ਕੇ ਬੈਠੇ ਸੀ। ਢਾਬ ਦੀ ਪਾਲ 'ਤੇ ਉਹਨਾਂ ਦੇ ਵਾਸਤੇ ਟੈਂਟ ਲੱਗਿਆ ਸੀ। ਟਾਈਪ ਜਿਹੜੀ ਹਾਂ, ਪਾਲ ਹੁੰਦੀ ਹੈ, ਮਿੱਟੀ ਕੱਢ ਕੇ ਬਾਹਰ ਬਣਾਈ ਸਿੱਟੀ ਜਾਂਦੀ। ਉਹ ਬੜੀ ਢਾਬ ਸੀ, ਇਸ ਕਰਕੇ ਬਹੁਤ ਦੂਰ ਦੇ ਏਰੀਏ 'ਚ ਉਹ ਫੈਲੀ ਹੋਈ ਸੀ ਢਾਬ। ਤੇ ਹੋ ਸਕਦਾ ਗੁਰੂ ਸਾਹਿਬ ਦਾ ਹੀ ਇਹ ਵਰਦਾਨ ਰਿਹਾ ਕਿ ਉਹ ਢਾਬ ਉਸ ਗੁਰੂ ਘਰ ਤੱਕ ਜ਼ਰੂਰ ਹੁੰਦੀ ਹੋਊਗੀ। ਤੇ ਉੱਥੇ ਕਿਨਾਰੇ 'ਤੇ ਸਿੰਘ ਸਭਾ ਗੁਰਦੁਆਰਾ ਇੱਥੇ ਬਣਿਆ ਹੋਇਆ। ਤੇ ਜਦੋਂ ਤੋਂ ਆਹ ਚੀਜ਼ ਦਾ ਪ੍ਰਚਾਰ ਹੋਇਆ, ਇੱਥੇ ਵੀ ਵੱਡੀ ਸਾਰੀ ਤਸਵੀਰ ਬਣਾ ਕੇ, ਤੇ ਉਸੇ ਤਸਵੀਰ ਜਿਹੜੀ ਗੁਰੂ ਸਾਹਿਬ ਦੀ ਦੇ ਲਖਦੀਰ ਸਿੰਘ ਦੇ ਮਿਲਣ ਦੀ ਤਸਵੀਰ ਰਾਣੀ ਸਾਹਿਬ ਨੇ ਬਣਵਾਈ ਸੀ, ਉਹ ਤਸਵੀਰ ਦੀ ਫੋਟੋ ਕਾਪੀ ਕਰਕੇ ਤੇ ਗੁਰੂ ਘਰ 'ਚ ਲੱਗੀ ਹੋਈ ਹੈ। ਥੱਲੇ ਜਿਹੜਾ ਵਰਤਾਂਤ ਲਿਖਿਆ ਉਹ ਮੈਂ ਹੀ ਲਿਖ ਕੇ ਦਿੱਤਾ ਸੀਗਾ ਉਹਨਾਂ ਨੂੰ। ਠੀਕ ਹੈ ਜੀ। ਵੀ ਇਸ ਤਰ੍ਹਾਂ ਆਏ ਸੀ ਇੱਥੇ ਗੁਰੂ ਸਾਹਿਬ, ਉਹ ਉੱਥੇ ਲਿਖਿਆ। ਬਾਹਰ ਤੋਂ ਆਉਣ ਵਾਲੀ ਸੰਗਤ ਜਿਨ੍ਹਾਂ ਨੂੰ ਪਤਾ ਉਹ ਆ ਕੇ ਵੇਖਦੇ ਵੀ ਹੈ, ਜਿਨ੍ਹਾਂ ਨੂੰ ਨਹੀਂ ਪਤਾ ਉੱਥੇ ਆ ਕੇ ਪਤਾ ਲੱਗਦਾ, ਅੱਛਾ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਸੀ ਗੁਰੂ ਸਾਹਿਬ ਰਾਵਸਰ ਵੀ ਆਏ। ਪ੍ਰਚਾਰ ਨਹੀਂ ਹੋਇਆ ਜੀ, ਕਿਉਂਕਿ ਇੱਕ ਤਾਂ ਰਾਜਸਥਾਨ ਦੇ ਕੋਲੇ ਕੋਈ ਕਮੇਟੀ ਨਹੀਂ ਰਹੀ। ਹਾਂ, ਸ਼੍ਰੋਮਣੀ ਕਮੇਟੀ ਨੇ ਇੱਥੇ ਆਉਣਾ ਵਾਜਬ ਨਹੀਂ ਸਮਝਿਆ, ਤਾਂ ਢਾਬ 'ਤੇ ਜਿਹੜਾ ਗੁਰੂ ਸਾਹਿਬ ਆਏ ਰਹੇ, ਉਸ 'ਤੇ ਗੁਰੂ ਘਰ ਵਸਿਆ ਹੋਇਆ। ਬਿਲਕੁਲ ਬਣਿਆ, ਤੇ ਬਹੁਤ ਵੱਡਾ ਸੋਹਣੀ ਇਮਾਰਤ ਬਣੀ ਹੋਈ ਹੈ। ਔਰ ਇੱਥੇ ਕਰੀਬ 200 ਘਰ ਸਿੱਖਾਂ ਦੇ ਹੈਗੇ। 200 ਘਰ ਹੈਗੇ, ਹਾਂ, ਲੋਕਲ 'ਚ, ਆਸੇ-ਪਾਸੇ ਪਿੰਡਾਂ 'ਚ, ਕਿਉਂਕਿ ਇੱਥੇ ਪਾਣੀ ਬਹੁਤ ਸਾਲਾਂ ਤੋਂ ਆਇਆ ਹੋਇਆ ਹੈ। ਤੇ ਜਿੱਥੇ ਪਾਣੀ ਹੁੰਦਾ ਉੱਥੇ ਸਿੱਖ ਕਿਸਾਨ ਜਾਂਦੇ ਹੈ। ਤੇ ਕਾਫੀ ਸਾਲਾਂ ਤੋਂ, ਹਾਂ, ਕਰੀਬ 100 ਸਾਲ ਤੋਂ ਵੀ ਵੱਧ ਸਮੇਂ ਤੋਂ ਇੱਥੇ ਕੁਝ ਘਰ ਆਏ ਹੋਏ ਹੈ। ਫਿਰ ਹੌਲੀ ਹੋਰ ਵੀ ਆ ਗਏ, ਫਿਰ ਇੱਥੇ ਹੀ ਵਸ ਕੇ ਰਹਿਣ ਲੱਗ ਗਏ। ਤਾਂ ਉਹ ਸੇਵਾ ਸੰਭਾਲ ਬਹੁਤ ਵਧੀਆ ਕਰਦੇ ਇੱਥੇ, ਅੱਛਾ ਇੰਤਜ਼ਾਮ, ਪ੍ਰੋਗਰਾਮ ਹੁੰਦੇ ਹੋਣਗੇ। ਹਾਂਜੀ, ਨਗਰ ਕੀਰਤਨ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਜਨਮ ਦਿਹਾੜਾ ਇੱਥੇ ਖਾਸ ਤੌਰ ਤੇ ਮਨਾਇਆ ਜਾਂਦਾ ਹੈ। ਕਦੋਂ ਮਨਾਇਆ ਜਾਂਦਾ ਜੀ? ਕੋਈ ਉਹ ਸਪੋਸ ਦੇ 7ਵੀਂ। ਅੱਛਾ, ਜਦੋਂ ਮਤਲਬ ਆਮ ਹੁੰਦਾ। ਤੇ ਉਸ ਟਾਈਮ ਨਗਰ ਕੀਰਤਨ ਵਗੈਰਾ ਕੱਢਦੇ ਆ। ਨਗਰ ਕੀਰਤਨ ਹੁਣ 5-4 ਸਾਲ ਹੋ ਗਏ ਕੱਢਣ ਲੱਗ ਗਏ, ਤੇ ਸ਼ਹਿਰ ਦੇ ਲੋਕ ਨਗਰ ਕੀਰਤਨ ਵਿੱਚ ਬੜੇ ਸ਼ਾਮਿਲ ਹੁੰਦੇ, ਤੇ ਗੈਰ ਸਿੱਖ ਲੋਕ ਵੀ ਇੰਤਜ਼ਾਮ ਕਰਦੇ ਆ। ਕਿਸੇ ਨੇ ਲੰਗਰ ਜਲੇਬੀਆਂ ਦਾ ਲਾਤਾ, ਕੋਈ ਚਾਹ ਪਿਆਉਂਦਾ, ਕੋਈ ਦੁੱਧ ਪਿਆਉਂਦਾ, ਕੋਈ ਬਿਸਕੁਟ ਖਵਾਉਂਦਾ। ਇਸ ਤਰ੍ਹਾਂ ਦੂਜੇ ਲੋਕ ਹੀ ਉਸ ਦੀ ਵਿਵਸਥਾ ਕਰਦੇ ਆ। ਇਹ ਇੰਤਜ਼ਾਮ ਇੱਥੇ ਹਿੰਦੂ ਸਿੱਖ ਭਾਈਚਾਰਾ ਨੇ ਜਿਹੜਾ ਬਹੁਤ ਬੜੀਆ ਹੈ। ਮੁਸਲਮਾਨ ਲੋਕ ਵੀ ਬੜਾ ਵੱਧ ਚੜ ਕੇ ਮਦਦ ਕਰਦੇ ਆ। ਅਸਲ ਵਿੱਚ ਦੇਖੋ ਜੀ, ਗੁਰੂ ਸਾਹਿਬ ਦਾ ਪਿਆਰ ਤਾਂ ਹਰੇਕ ਨਾਲ ਸੀਗਾ। ਇਹ ਤਾਂ ਸਾਡੇ ਸਿੱਖਾਂ ਦੇ ਵਿੱਚ ਕੋਈ ਕਮੀ ਰਹੀ, ਜਾਂ ਫਿਰ ਕੀ ਹੋਇਆ ਕਿ ਅਸੀਂ ਜਿਹੜੀ ਗੱਲ ਉਹਨਾਂ ਦੀ ਫਿਲਾਸਫੀ ਆ ਉਹ ਅੱਗੇ ਨਹੀਂ ਲੈ ਕੇ ਜਾ ਪਾਏ। ਇੱਥੇ ਤੱਕ ਕਿ ਅਸੀਂ ਜਦੋਂ ਤੱਕ ਆਪ ਦਾ ਇਤਿਹਾਸ ਹੀ ਨਹੀਂ ਸਮਝ ਸਕੇ ਜੀ, ਫਿਰ ਆਪ ਦੀ ਗੱਲ ਤਾਂ ਲੈ ਕੇ ਜਾਣੀ ਬਹੁਤ ਦੂਰ ਹੈ। ਜੀ ਸਹੀ ਹੈ। ਜੇ ਅੱਜ ਇਤਿਹਾਸ ਸਾਂਭਿਆ ਹੁੰਦਾ ਤਾਂ ਸਾਡਾ ਕੱਲਾ ਗੁਰੂ ਘਰ ਲੋਕਾਂ ਦੇ ਸਾਹਮਣੇ ਹੁੰਦਾ, ਲੋਕਾਂ ਨੂੰ ਪਤਾ ਹੁੰਦਾ, ਸੰਗਤਾਂ ਜਾਂਦੀਆਂ। ਹੁਣ ਪ੍ਰਚਲਿਤ ਹੈ ਜੀ ਆਪਣੇ, ਤਾਂ ਦੇਖੋ ਦਮਦਮਾ ਸਾਹਿਬ ਹੈ ਨਾ, ਜਾਂ ਅੰਮ੍ਰਿਤਸਰ ਸਾਹਿਬ ਹੈ, ਨਾਂਦੇੜ ਸਾਹਿਬ ਹੈ, ਲੋਕ ਸੰਗਤਾਂ ਉੱਥੇ ਦੇਖੋ ਕਿੰਨੀ ਭੀੜ ਹੈ, ਕਿੰਨੀਆਂ ਸੰਗਤਾਂ। ਦਮਦਮਾ ਸਾਹਿਬ ਤੋਂ ਬਾਅਦ ਤਾਂ ਸ਼ਾਇਦ ਹੀ ਕੋਈ ਗੁਰਦੁਆਰਾ ਇਹੋ ਜਿਹਾ ਰਿਹਾ ਹੋਵੇ ਜਿਵੇਂ ਜ਼ਿਆਦਾ ਰੌਣਕਾਂ ਰਹਿੰਦੀਆਂ ਹੁਣ, ਜਿਵੇਂ ਦਮਦਮਾ ਸਾਹਿਬ 'ਚ ਰਹਿੰਦੀਆਂ। ਅਤੇ ਉਹਨਾਂ ਦਾ ਜੋ ਆਖਰੀ ਰੂਟ ਰਿਹਾ ਨਾਂਦੇੜ ਸਾਹਿਬ ਜਾਣ ਦਾ, ਰਸਤੇ ਵਿੱਚ ਕਾਫੀ ਜਗ੍ਹਾ ਹੁੰਦੀ ਹੈ, ਜਿਵੇਂ ਨਾਰਾਇਣਾ ਦਾ ਜ਼ਿਕਰ ਚੱਲ ਰਿਹਾ ਸੀ। ਨਾਰਾਇਣਾ ਪਿੰਡ ਹੈ ਅਜਮੇਰ ਜ਼ਿਲ੍ਹੇ 'ਚ। ਅੱਛਾ ਜੀ। ਦਾਦੂ ਦਿਆਲ ਭਗਤ ਹੋਇਆ ਦਾਦੂ। ਠੀਕ ਹੈ ਜੀ। ਅਤੇ ਉਹ ਵੀ ਕਾਫੀ
ਮਸ਼ਹੂਰ ਰਿਹਾ ਹੈ। ਦਾਦੂ ਦਾ ਪੰਥ ਚੱਲਦਾ ਉਸ ਦੇ ਨਾਮ ਤੇ, ਜਿਵੇਂ ਕਬੀਰ ਪੰਥ ਚੱਲਦਾ, ਕਬੀਰ ਪੰਥ, ਕਬੀਰ ਪੰਥੀ ਲੋਕ ਉਸ ਨੂੰ ਮੰਨਦੇ ਆ, ਬਹੁਤ ਸਾਰੇ ਉਹਦੇ ਸ਼ਾਗਿਰਦ ਹੋ ਗਏ। ਉਹ ਜਿਵੇਂ ਦਾਦੂ ਦੇ ਵੀ ਹੈ। ਅੱਛਾ। ਤੇ ਦਾਦੂ ਦਾ ਜੋ ਆਖਰੀ ਸਥਾਨ ਹੈ, ਉਹ ਦਾਦੂ ਦੀ ਜੋ ਕਬਰ ਬਣੀ ਹੋਈ ਹੈ, ਉਹ ਨਾਰਾਇਣਾ ਪਿੰਡ ਹੈ, ਅਜਮੇਰ ਜ਼ਿਲ੍ਹੇ 'ਚ, ਉੱਥੇ ਬਣੀ ਹੋਈ ਹੈ। ਤਾਂ ਗੁਰੂ ਸਾਹਿਬ ਆਪਦੇ ਰੂਟ ਨੂੰ ਛੱਡ ਕੇ ਪਾਸੇ ਜਾ ਕੇ ਵੀ ਉਸ ਨਾਰਾਇਣਾ ਪਿੰਡ 'ਚ ਗਏ। ਉਹ ਕਿੰਨਾ ਕੁ ਰੂਟ ਤੋਂ ਪਾਸੇ ਡਾਇਵਰਟ? ਉਹ ਜਿਵੇਂ ਉਹ ਉਧਰ ਨੂੰ ਜਾ ਰਹੇ ਸੀ ਨਾਂਦੇੜ ਨੂੰ, ਤਾਂ ਉਸ ਤੋਂ ਅਲੱਗ ਜਾਈਦਾ, ਪਾਸੇ ਹਟਣਾ ਪੈਂਦਾ। ਤਾਂ ਉਹ ਗੁਰੂ ਸਾਹਿਬ ਉੱਥੇ ਪੁਸ਼ਕਰ ਨੂੰ ਜਦੋਂ ਜਾਂਦੇ ਸੀ, ਪੁਸ਼ਕਰ ਜਾਂਦੇ ਹੈ, ਇਹ ਤਾਂ ਮੰਨ ਲਓ ਵੀ ਜੈਪੁਰ ਤੋਂ ਗਏ ਹੈ ਤਾਂ ਪੁਸ਼ਕਰ ਨੂੰ ਗਏ, ਤਾਂ ਪੁਸ਼ਕਰ ਨੂੰ ਜਾਂਦੇ ਹੋ ਤੇ ਉਹ ਮੇਨ ਰੂਟ ਜੋ ਹੁਣ ਹੈ ਉਸ ਤੋਂ ਹਟ ਕੇ ਦੁੱਧੂ ਤੋਂ ਜਗ੍ਹਾ, ਉਹ ਆਪਾਂ ਨੂੰ ਕੀ ਪਤਾ ਜੀ ਉਸੇ ਰੋਡ ਤੇ ਹੈ, ਹੋ ਸਕਦਾ ਗੁਰੂ ਸਾਹਿਬ ਆਏ ਦੀ ਕਿ ਉਹ ਵੀ ਹੋ ਸਕਦਾ ਵੀ ਨਕਦੀ ਸੀ ਉਸ ਟਾਈਮ ਐਂ ਗਏ ਹੁਣ, ਪਰ ਇਹ ਵੀ ਹੋ ਸਕਦਾ ਕਿ ਉਹ ਦਾਦੂ ਦੀ ਮਸ਼ਹੂਰੀ ਸੁਣ ਕੇ ਤੇ ਉੱਥੇ ਉਸ ਜਗ੍ਹਾ ਦੀ, ਉਸ ਜਗ੍ਹਾ ਦੀ ਉਹ ਮਸ਼ਹੂਰੀ ਉਹਨਾਂ ਨੇ ਸੁਣੀ ਤੇ ਉੱਥੋਂ ਦੀ ਜ਼ਿਆਰਤ ਕਰਨ ਵਾਸਤੇ, ਉਸ ਨੂੰ ਉੱਥੇ ਜਾ ਕੇ ਦੇਖਣ ਵਾਸਤੇ ਉੱਥੇ ਗਏ। ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਆਪਣਾ ਤੀਰ ਝੁਕਾਇਆ ਉਹਨਾਂ ਦੀ ਕਬਰ ਤੇ। ਅੱਛਾ। ਤਾਂ ਸਿੰਘਾਂ ਨੇ ਇਤਰਾਜ਼ ਕਰਿਆ ਕਿ ਜੀ ਤੁਸੀਂ ਤਾਂ ਕਿਸੇ ਅੱਗੇ ਝੁਕਦੇ ਨਹੀਂ ਪਰਮਾਤਮਾ ਤੋਂ ਬਿਨਾਂ, ਤੇ ਇੱਕ ਗੁਜ਼ਰ ਚੁੱਕੇ ਬੰਦੇ ਦੀ ਕਬਰ ਤੇ ਤੁਸੀਂ ਝੁਕੇ ਹੋ। ਤਾਂ ਗੁਰੂ ਸਾਹਿਬ ਨੇ ਕਿਹਾ ਵਿਦਵਾਨ ਦਾ ਕਦਰ ਕੀਤੀ ਹੈ, ਮੈਂ ਤਾਂ ਵਿਦਵਾਨ ਨੂੰ ਨਮਸਕਾਰ ਕੀਤੀ ਹੈ। ਦਾਦੂ ਦੁਆਰਾ ਜਿਵੇਂ ਆਪਾਂ ਗੁਰੂਦੁਆਰਾ ਕਹਿੰਦੇ ਉਹ ਦਾਦੂ ਦੁਆਰਾ ਕਹਿੰਦੇ ਆ। ਤੇ ਬਹੁਤ ਸ਼ਾਨਦਾਰ ਮੈਂ ਦਰਸ਼ਨ ਕਰੇ ਉਸ ਜਗ੍ਹਾ ਦੇ। ਮੈਂ ਉੱਥੇ ਉਸ ਪਿੰਡ 'ਚ ਗਿਆ, ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਕੋਈ 35-40 ਸਾਲ ਪਹਿਲਾਂ ਦੀ ਗੱਲ ਹੈ। ਤਾਂ ਕਿਸੇ ਜਿੱਥੇ ਮੈਂ ਰੁਕਿਆ ਹੋਇਆ ਸੀ, ਤੇ ਉਹ ਘਰ ਵਾਲੇ ਕਹਿੰਦੇ ਇੱਥੇ ਗੁਰਦੁਆਰਾ ਵੀ ਹੈ, ਰਾਤ ਨੂੰ ਕਹਿੰਦੇ ਇੱਥੇ ਬਾਗੜੀ ਸਾਰਾ ਹੀ ਬਾਗੜੀ ਨੇੜੇ ਤੇੜੇ, ਉੱਥੋਂ ਦਾ ਕੋਈ ਸੈਂਕੜੋਂ ਕੋ ਦੂਰ ਕੋਈ ਸਿੱਖਾਂ ਦਾ ਘਰ ਹੈ ਨਹੀਂ। ਅੱਛਾ ਜੀ। ਹਾਂਜੀ। ਤੇ ਇੱਥੇ ਗੁਰਦੁਆਰਾ ਹੈ। ਮੈਂ ਕਿਹਾ ਜੀ ਮੈਂ ਦੇਖਣਾ ਚਾਹੁੰਦਾ। ਤੇ ਉਹ ਰਾਤ ਨੂੰ ਮੈਨੂੰ ਲੈ ਗਏ। ਇੱਕ ਕੋਠਾ ਉਸ ਟਾਈਮ ਹੁਣ ਤਾਂ ਕਹਿੰਦੇ ਬਹੁਤ ਸ਼ਾਨਦਾਰ ਬਿਲਡਿੰਗ ਬਣੀ ਹੈ। ਇੱਕ ਕੋਠਾ ਸੀ ਤੇ ਬਾਗੜੀ ਬੋਲਣ ਵਾਲਾ ਬੰਦਾ ਉੱਥੇ ਸੇਵਾ ਸੰਭਾਲ ਕਰਦਾ ਸੀ, ਗ੍ਰੰਥੀ ਸੀ ਜਾਂ ਕੁਛ, ਉਹਨੂੰ ਪੰਜਾਬੀ ਨਹੀਂ ਆਉਂਦੀ ਸੀ, ਉਸ ਨੂੰ ਪੰਜਾਬੀ ਨਹੀਂ ਆਉਂਦੀ ਸੀ, ਨਾ ਹੀ ਉਹ ਪੜ੍ਹ ਸਕਦਾ ਸੀ, ਬਸ ਉਹ ਸੇਵਾ ਸੰਭਾਲ ਕਰਦਾ ਸੀ। ਫਿਰ ਮੈਂ ਪੁੱਛਿਆ ਵੀ ਇੱਥੇ ਫਿਰ ਇਹ ਗੁਰੂ ਘਰ ਕਿਵੇਂ ਬਣੇ, ਤਾਂ ਉਹਨੇ ਆਹ ਦੱਸਿਆ ਵੀ ਗੁਰੂ ਸਾਹਿਬ ਇਸ ਤਰ੍ਹਾਂ ਆਏ ਹੋਏ ਸੀ। ਲੇਕਿਨ ਇੱਕ ਬਿਲਡਿੰਗ ਜੋ ਬਣਨੀ ਸ਼ੁਰੂ ਹੋ ਚੁੱਕੀ, ਇੱਕ ਕਮਰਾ ਦਾ ਬਣ ਗਿਆ, ਟਰੱਕਾਂ ਵਾਲੇ ਇੱਥੋਂ ਦੀ ਟੱਪਦੇ ਹੈ, ਸਰਦਾਰ ਜੀ ਕੋਈ ਸੀਮਿੰਟ ਦਾ ਥੈਲਾ ਸਿੱਟ ਜਾਂਦਾ, ਕੋਈ 10 ਇੱਟਾਂ ਸਿੱਟ ਜਾਂਦਾ, ਐ ਕਰਕੇ ਹੁਣੇ ਬਣਨਾ ਸ਼ੁਰੂ ਹੋ ਗਿਆ। ਤੇ ਉਹ ਟਰੱਕਾਂ ਵਾਲਿਆਂ ਦੀ ਜ਼ਿਆਦਾਤਰ ਉੱਥੇ ਮਦਦ ਕਰੀ ਹੈ, ਉੱਥੋਂ ਦੀ ਹੁਣ ਰੂਟ ਪੈਣ ਲੱਗ ਗਿਆ। ਮਤਲਬ ਆਮ ਸੰਗਤ ਨੇ ਕੀਤੀ ਹੈ। ਤੇ ਉਹ ਇਤਿਹਾਸਿਕ ਜਗ੍ਹਾ ਬਣ ਗਈ ਵੀ ਗੁਰੂ ਸਾਹਿਬ ਦੇ ਚਰਨ ਇੱਥੇ ਪਏ ਸੀਗੇ। ਤੇ ਹੌਲੀ ਹੌਲੀ ਜਗ੍ਹਾ ਦਾ ਅਲੱਗ-ਅਲੱਗ ਪਤਾ ਲੱਗਦਾ। ਨਾਰਾਇਣਾ ਗਏ ਸੀ ਤਾਂ ਫਿਰ ਉਹ ਸੀਕਰ ਵੀ ਗਏ ਸੀਗੇ, ਉਹ ਦੌਲਪੁਰ ਵੀ ਗਏ ਸੀਗੇ, ਉੱਥੇ ਦੇ ਰਾਜਾ ਦੇ ਨਾਲ ਸ਼ਿਕਾਰ ਕਰਨ ਵਾਸਤੇ ਗਏ ਸੀ। ਰੂਪ ਸਿੰਘ ਜੀ, ਜਦੋਂ ਗੁਰੂ ਸਾਹਿਬ ਇੱਥੋਂ ਜਾਂਦੇ ਹੈ ਤੇ ਜੈਪੁਰ ਤੱਕ ਆਪਾਂ ਨੂੰ ਪਤਾ ਨਾ, ਹਾਂਜੀ, ਸਹਾਵਾ ਸਾਹਿਬ ਤੋਂ ਜੈਪੁਰ ਦਾ ਡਿਸਟੈਂਸ ਕਾਫੀ ਹੈ। ਉਹ ਵਿਚਾਲੇ ਕੋਈ ਸਥਾਨ ਜ਼ਰੂਰ ਸੀਕਰ ਆਉਂਦਾ ਜਿਵੇਂ ਰਸਤੇ 'ਚ। ਸੀਕਰ ਦੇ ਲੋਕਾਂ ਨੇ ਮੈਨੂੰ ਦੱਸਿਆ, ਸੀਕਰ ਮਤਲਬ ਉੱਥੋਂ 250 ਕਿਲੋਮੀਟਰ ਜੈਪੁਰ ਹੋਊਗਾ ਸੀਕਰ ਤੋਂ, ਇੱਥੋਂ ਸਾਵਾ ਸਾਹਿਬ ਤੋਂ 250-300 ਹੋਊਗਾ। ਤਾਂ ਅੱਧ ਵਿਚਾਲੇ ਜੇ ਸੀਕਰ ਪੈਂਦਾ, ਸੀਕਰ 'ਚ ਵੀ ਜ਼ਰੂਰ ਕਿਤੇ ਨਾ ਕਿਤੇ ਗੁਰੂ ਸਾਹਿਬ ਰੁਕੇ ਹੋਣਗੇ। ਉਹ ਵਲ ਖਾ ਕੇ ਵੀ ਚਲੇ ਜਾਂਦੇ ਸੀ, ਜਿੱਥੇ ਵੀ ਉਹਨਾਂ ਨੂੰ ਪਤਾ ਲੱਗਦਾ ਨਾ ਵੀ ਇੱਥੇ ਕੋਈ ਇਤਿਹਾਸਿਕ ਜਗ੍ਹਾ ਆ ਰਹੀ ਹੈ। ਜਿਵੇਂ ਕੋਲਾਇਤ ਹੈ, ਕਿਤੇ ਇੱਧਰ ਤਾਂ ਰਹਿ ਗਿਆ ਸਾਵਾ, ਔਰ ਕੋਲਾਇਤ ਰਹਿ ਗਿਆ ਇੱਧਰ ਬੀਕਾਨੇਰ ਕਰਨੀ। ਕੋਲਾਇਤ ਸਾਹਿਬ ਕਹਿੰਦੇ ਆ ਵੀ ਗੁਰੂ ਸਾਹਿਬ ਦੇ ਚਰਨ ਪਏ ਆ। ਗੁਰੂ ਨਾਨਕ ਦੇਵ ਜੀ ਵੀ ਉੱਥੇ ਗਏ, ਕੋਲਾਇਤ ਵੀ ਗਏ। ਇੱਕ ਚੀਜ਼ ਤਾਂ ਹੋਰ ਹੈ ਰੂਪ ਸਿੰਘ ਜੀ, ਜੇ ਆਪਾਂ ਇਤਿਹਾਸ ਵੇਖੀਏ, ਜਿੱਥੇ ਜਿੱਥੇ ਪਾਤਸ਼ਾਹ ਪਹਿਲੇ ਗਏ ਹੈ, ਉੱਥੇ ਜਾਂ ਤਾਂ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਗਏ ਹੈ, ਜਾਂ ਫਿਰ ਸਿੰਘ ਜਿਹੜੇ ਹੋਏ ਆ ਉਹ ਗਏ ਆ। ਜਿਵੇਂ ਹੁਣ ਆਪਾਂ ਗੱਲ ਕਰੀਏ ਕਿ ਬਠਿੰਡੇ ਹਨੂੰਮਾਨਗੜ੍ਹ ਦੀ ਗੱਲ ਆਉਂਦੀ ਹੈ ਕਿ 10ਵੇਂ ਪਾਤਸ਼ਾਹ ਪਟਨੇਰ ਇਹਦਾ ਨਾਮ ਸਾਨੂੰ ਬਿਲਕੁਲ ਹੈ, ਇਹ ਪਟਨੇਰ ਕਿਲੇ ਦੇ ਨਾਮ ਤੇ ਹੈ, ਬਾਟੀਆਂ ਦਾ ਬਣਾਇਆ ਹੋਇਆ ਕਿਲਾ। ਉੱਥੇ ਗਏ ਆ ਤੇ ਜਿਹੜੇ ਦਰਖਤ ਥੱਲੇ ਕਿਸੇ ਟਾਈਮ ਸੁੱਖਾ ਸਿੰਘ ਮਹਿਤਾਬ ਸਿੰਘ ਰੁਕਦੇ ਆ, ਉਸੇ ਦਰਖਤ ਥੱਲੇ ਕਹਿੰਦੇ ਆ ਕਿ ਗੁਰੂ ਸਾਹਿਬ ਬੈਠੇ ਆ। ਤਾਂ ਹੀ ਕਿਉਂਕਿ ਦੇਖੋ ਸੁੱਖਾ ਸਿੰਘ ਮਹਿਤਾਬ ਸਿੰਘ ਬਾਅਦ 'ਚ ਹੋਏ, ਹਾਂ ਨਹੀਂ ਬਾਅਦ 'ਚ ਵੀ ਹੋਏ, ਉੱਥੋਂ ਚੱਲਦੇ ਤਾਂ ਉਹਨਾਂ ਨੂੰ ਕਿਹੜਾ ਕੋਈ ਹੋਰ ਰੁੱਖ ਨਹੀਂ ਮਿਲਿਆ, ਰੁੱਖ ਬਹੁਤ ਸੀਗੇ, ਪਰ ਉੱਥੇ ਕਿਉਂ ਰੁਕੇ, ਉੱਥੇ ਅਰਦਾਸ ਬੇਨਤੀ ਕਿਉਂ ਕੀਤੀ? ਕਿਉਂਕਿ ਉਹ ਪਵਿੱਤਰ ਸਥਾਨ ਹੋ ਗਿਆ ਨਾ, ਆਪਣੇ ਆਪ ਖਿੱਚ ਕੇ ਲਿਆਉਂਦੀ ਹੈ ਉਹ ਜਗ੍ਹਾ, ਆਪਣੇ ਆਪ ਖਿੱਚ ਲਿਆਉਂਦੀ ਹੈ। ਤੇ ਕੁਛ ਨਾ ਕੁਛ ਉਹਨਾਂ ਨੇ ਕਿਵਦੰਤੀਆਂ ਸੁਣੀਆਂ ਹੁੰਦੀਆਂ।
ਇੱਕ ਦੂਜੇ ਦੇ ਮੂੰਹ ਚੋਂ ਸੁਣੀਆਂ ਹੁੰਦੀਆਂ ਗੱਲਾਂ ਵੀ ਇੱਥੇ ਬੈਠੇ ਸੀ, ਇੱਥੇ ਆਏ ਗੁਰੂ ਸਾਹਿਬ ਆਏ ਸੀ, ਤਾਂ ਉੱਥੇ ਚਲਾ ਕੇ ਚਲਾ ਜਾਂਦਾ ਅਗਲਾ। ਇੱਕ ਜਿਹੜੀ ਕਿਰਤੀ ਵਾਲੇ ਸਿੰਘ ਹੁੰਦੇ ਉਹਨਾਂ ਨੂੰ ਉਸ ਟਾਈਮ ਦੇ ਆਪਣੇ ਮਹਾਂਪੁਰਸ਼ ਜਾਂ ਗੁਰੂ ਸਾਹਿਬ ਤਾਂ ਜਿੱਥੇ ਕਿਤੇ ਵੀ ਜੇ ਹਿੰਦੂ ਤੀਰਥ ਮਸ਼ਹੂਰ ਜਗ੍ਹਾ ਹੈ ਜਿੱਥੇ ਕੋਈ ਤਪ ਕਰ ਰਹੇ ਹੈ ਮੁਨੀ ਰਿਸ਼ੀ, ਉੱਥੇ ਜ਼ਰੂਰ ਜਾਂਦੇ ਆ। ਅੱਛਾ, ਹੁਣ ਮੈਂ ਮੈਂ ਇਹ ਚੀਜ਼ ਦਾ ਵੀ ਪ੍ਰਚਾਰ ਕਰਨਾ ਚਾਹੂੰਗਾ, ਗੁਰੂ ਸਾਹਿਬ ਜਦੋਂ ਕੋਲਾਇਤ ਗਏ, ਬੀਕਾਨੇਰ ਦੇ ਕੋਲ ਗਏ ਹੈ, ਤਾਂ ਉਹਦੇ ਕੋਲ ਹੀ ਜਗ੍ਹਾ ਹੈ ਸਮਰਾਥਲ ਦੋਹਰਾ, ਵਿਸ਼ਨੋਈਆਂ ਦੀ ਜਗ੍ਹਾ ਹੈ। ਸਮਰਾਥਲ ਦੋਹਰਾ ਜਗ੍ਹਾ ਹੈ, ਮੁਕਾਮ ਪਿੰਡ ਹੈਗਾ ਕੋਲੇ, ਮੁਕਾਮ ਨਾਮ ਉਸ ਪਿੰਡ ਦਾ, ਅਤੇ ਉੱਥੇ ਉਹਨਾਂ ਦਾ ਇਤਿਹਾਸ ਜੁੜਦਾ ਵਿਸ਼ਨੋਈ ਸਮਾਜ ਦਾ, ਕਿ ਵੀ ਉਹਨਾਂ ਦੇ ਗੁਰੂ ਜੋ ਹੋਏ, ਮਹਾਂਪੁਰਸ਼ ਜੋ ਹੋਏ, ਉਹਨਾਂ ਦੇ ਪਹਿਲੇ ਹੋਏ, ਉਹ ਤਾਂ ਭਗਵਾਨ ਕਹਿੰਦੇ ਹੈ, ਅਤੇ ਉਹ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਨ ਸੀ। ਗੁਰੂ ਨਾਨਕ ਜੀ ਦੀ, ਹਾਂ, ਗੁਰੂ ਨਾਨਕ ਦੇਵ ਜੀ ਤੋਂ ਕੁਝ ਸਾਲ ਵੱਡੇ ਸੀ। ਅੱਛਾ। ਅਤੇ ਉਹ ਉਸ ਟਾਈਮ 'ਚ ਬਹੁਤ ਮਸ਼ਹੂਰ ਸੀ, ਬੜਾ ਪ੍ਰਚਾਰ ਕਰਦੇ ਸੀ। ਸਿੱਖਿਆਵਾਂ ਉਹੀ ਜੋ ਗੁਰੂ ਨਾਨਕ ਸਾਹਿਬ ਦੀਆਂ, ਠੀਕ ਹੈ, ਉਹੀ ਸਿੱਖਿਆ ਉਹ ਦਿੰਦੇ ਸੀ। ਅਤੇ ਉਸ ਤੋਂ ਜੇ 10-15 ਕੋਹ ਦੂਰ ਗੁਰੂ ਨਾਨਕ ਸਾਹਿਬ ਜੇ ਆਏ ਹੋਏ ਹੈ ਤਾਂ ਜ਼ਰੂਰ ਉਹਨਾਂ ਨੂੰ ਮਿਲੇ ਹੋਣਗੇ। ਬਿਲਕੁਲ, ਉਹ ਮਸ਼ਹੂਰ ਸੀ, ਲੇਕਿਨ ਇਸ ਚੀਜ਼ ਦਾ ਜ਼ਿਕਰ ਕਿਤੇ ਨਹੀਂ ਆਉਂਦਾ, ਜ਼ਿਕਰ ਨਹੀਂ ਆ ਰਿਹਾ। ਨਾ ਤਾਂ ਉਸ ਬਿਸ਼ਨੋਈ ਸਮਾਜ 'ਚ ਮਿਲਦਾ ਵੀ ਗੁਰੂ ਨਾਨਕ ਦੇਵ ਜੀ ਨਾਲ ਜਾਂਬਾ ਜੀ, ਜੰਬੇਸ਼ਵਰ ਜੀ ਦੀ ਮੁਲਾਕਾਤ ਹੋਈ, ਨਾ ਆਪਣੇ ਸਮਾਜ 'ਚ ਆਉਂਦਾ। ਕੋਈ ਕਿਸੇ ਇਤਿਹਾਸਕਾਰ ਨੇ ਇਸ ਗੱਲ ਤਾਂ ਨਹੀਂ ਲਿਖਿਆ, ਲੇਕਿਨ ਮੇਰੇ ਮਨ 'ਚ ਅੰਦਰ ਇੱਕ ਖਟਕਾ ਹੈ, ਇਹ ਹੋ ਹੀ ਨਹੀਂ ਸਕਦਾ। ਗੁਰੂ ਸਾਹਿਬ ਤਾਂ ਜ਼ਰੂਰ ਜਾਂਦੇ ਹੁੰਦੇ ਸੀ, ਜੀ 100 ਕੋ ਦੂਰ ਪਿੰਡਾਂ ਪਾ ਲੈਂਦੇ ਸੀ ਕਿਸੇ ਨੂੰ ਇਸ ਤਰ੍ਹਾਂ ਜਗ੍ਹਾ ਵਾਸਤੇ, ਵੀ ਇੱਥੇ ਤਪ ਕੀਤਾ ਹੈ, ਇੱਥੇ ਕਪਿਲ ਮੁਨੀ ਨੇ ਤਪ ਕਰੇ ਤਾਂ ਉੱਥੇ ਚੱਲੀਏ। ਕੋਲਾਇਤ ਇਸੇ ਵਾਸਤੇ ਗਏ ਸੀ, ਅਤੇ ਕੋਲੇ 10 ਕਿਲੋਮੀਟਰ 'ਤੇ ਜੇ ਉਹ ਜਗ੍ਹਾ ਹੈ ਅਤੇ ਉੱਥੇ ਉਹ ਰਹਿ ਰਹੇ ਨੇ ਮਹਾਂਪੁਰਸ਼, ਤਾਂ ਉੱਥੇ ਜ਼ਰੂਰ ਗਏ ਹੋਣਗੇ, ਪਰ ਫਿਰ ਜ਼ਿਕਰ ਨਹੀਂ ਮਿਲ ਰਿਹਾ ਕਿਤੇ। ਪਰ ਸੰਭਵ ਹੈ ਪਾਲੇ ਦੇ ਹੁਣ ਭਾਲ ਕਰੀਏ ਤਾਂ ਕੋਈ ਸੂਤਰ ਹੀ ਨਹੀਂ ਮਿਲਦਾ ਜਿੱਥੋਂ ਜੋੜਿਆ ਜਾਵੇ ਗੱਲ ਨੂੰ। ਅੱਛਾ, ਹਾਂ, ਵੀ ਉਹਨਾਂ ਦੇ ਗ੍ਰੰਥਾਂ 'ਚੋਂ, ਬਿਸ਼ਨੋਈ ਸਮਾਜ ਦੇ ਗ੍ਰੰਥਾਂ 'ਚੋਂ ਕਿਤੇ ਮਿਲਦਾ ਹੋਵੇ, ਪਰ ਜੁੜ ਸਕਦਾ ਹੈ ਵੀ ਪਰਿਆਵਰਨ ਨੂੰ ਸੰਭਾਲ ਕੇ ਰੱਖਣਾ। ਪਹਿਲਾ ਪਾਣੀ ਜੀਓ ਹੈ, ਗੁਰੂ ਸਾਹਿਬ ਦੀ ਬਾਣੀ 'ਚ ਹੈ, ਪਵਨ ਪਿਤਾ ਮਾਤਾ ਧਰਤ ਮਹਤ, ਇਸ ਤਰ੍ਹਾਂ ਦੀਆਂ ਗੱਲਾਂ, ਪਾਣੀ ਪਿਤਾ ਤਾਂ ਮਾਤਾ ਧਰਤ ਮਹਤ, ਇਹ ਚੀਜ਼ਾਂ ਪ੍ਰਕਿਰਤੀ ਦੇ ਬਾਰੇ 'ਚ ਕਰੀਆਂ। ਪ੍ਰਕਿਰਤੀ ਦੇ ਬਾਰੇ 'ਚ ਹੀ ਜਾਂਬਾ ਜੀ ਕਰਦੇ ਸੀ, ਤਾਂ ਜ਼ਰੂਰ ਉਹਨਾਂ ਦੀ ਮੁਲਾਕਾਤ ਹੋਈ ਹੋਊਗੀ, ਪਰ ਉਸ ਦਾ ਕੋਈ ਪ੍ਰਮਾਣ ਨਹੀਂ, ਕੋਈ ਸਬੂਤ ਨਹੀਂ ਹੈ। ਸਬੂਤ ਨਹੀਂ ਤਾਂ ਆਪਾਂ ਉਸ ਨੂੰ ਖੁੱਲ੍ਹ ਕੇ ਨਹੀਂ ਕਹਿ ਸਕਦੇ ਕਿ ਸੱਚੀ ਹੈ। ਸੰਭਵ ਹੈ, ਆਪਾਂ ਇਹ ਕਹਿ ਸਕਦੇ, ਹੋ ਸਕਦਾ ਹੈ ਜੀ। ਤਾਂ ਦਰਸ਼ਕ ਵੀਰੋ, ਤੁਸੀਂ ਇਹ ਮੁਲਾਕਾਤ ਵੇਖੀ ਹੈ ਸਾਡੇ ਰਾਜਪੁਰੀ ਸਾਹਿਬ ਨੇ ਜੋ ਵੀ ਸਾਨੂੰ ਦੱਸਿਆ, ਅਸੀਂ ਉਸ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕਰਾਂਗੇ। ਹੋ ਸਕਦਾ ਹੈ ਜੋ ਇਹਨਾਂ ਨੇ ਦੱਸਿਆ ਸੰਭਵ ਹੋ ਜੇ ਸੰਭਵ ਹੁੰਦਾ ਤਾਂ ਇੱਕ ਆਪ ਦੇ ਆਪ 'ਚ ਬਹੁਤ ਇੱਕ ਵੱਡੀ ਜਿਹੜੀ ਹੈਗੀ ਹੈ ਸਕਸੈਸਫੁਲ ਹੋ ਸਕਦੀ ਹੈ ਨਾ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ, ਤੁਸੀਂ ਇਸ ਆਪਦਾ ਕੀਮਤੀ ਸਮਾਂ ਦੇ ਕੇ ਇਸ ਵੀਡੀਓ ਨੂੰ ਦੇਖਿਆ। ਜੇ ਤੁਸੀਂ ਇਸ ਦੇ ਸੰਬੰਧਿਤ ਕੁਝ ਜਾਣਕਾਰੀ ਰੱਖਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਅਤੇ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।